ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪਿਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਅਦੁੱਤੀ ਗੁਰੂ ਨਾਨਕ ਦੇਵਾ ਓੰਕਾਰ ਗੁਰ ਅੰਗਦ ਅਭੇਵਾ। ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਬਾਰੇ। ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰਿ ਗੋਬਿੰਦ ਗੁਣ ਖਾਨੀ। ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਨ। ਅਜੂਨੀ ਤੇਗ ਬਹਾਦਰ ਰਾਏ ਸੈਭੰ ਗੁਰ ਦਸ਼ਮੇਸ਼ ਸਹਾਈ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ। ਗੁਰੂ ਗ੍ਰੰਥ ਕਲ ਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ। 10 ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ। ਜੋ ਮੁਝ ਵਚਨ ਸੁਨਨ ਕੀ ਚਾਏ ਗ੍ਰੰਥ ਵਿਚਾਰ ਸੁਨੋ ਚਿਤ ਲਾਏ। मेरो रूप ग्रंथ जी जान या मैं भेद न रंचक मान। पूर्ण देखियो आत्मा द्वैत सर्व निवार भय शांत मन संत जे ते पद नमो हमार। बेस मारे अथाह अगंत अतोलै जो बुलावो त्यों नानक दास बोले। सतनाम श्री वाहिगुरु साहिब जीओ। सोहे महला तीजा जुग चारे तन जे पवै। बिन सतगुर सुहाग ना होई राम। नेचल राज सदा हर केरा तिस बिन अवर न कोई राम। तिस बिन अवर न कोई सदा सच सोई। गुरमुख एको जानिया धन पिर मिलावा हुआ। गुरमते मन मानिया सतगुर मिलिया तां हर पाया। बिन हर नामै मुक्त न होई। नानक कामण कंतै रावे मन मानिए सुख होवे। वाहिगुरू जी का खालसा वाहिगुरू जी की फतेह। परम सत्कारयोग गुरु साहिब जी दे साजी नवाजी गुरु स्वरूप गुरु खालसा सत संगत जीओ। आप सरबत संगतां शामां दे वक्त नितनेम अनुसार जो ये नियम बनाया होया कि सतगुरां दी अमृतमय बाणी की कथा जां सतगुरां दी अमृतमय बाणी का कीर्तन सरवण करना है। धर्म किरतां दे नाल नाल जीवन का ये जरूरी अंग गुरसिखा ने बनाया होया है। हर दिन रैन कीर्तन गाइए बहुत न जोनी। क्यों कर रहे हैं? मुड़ के टेढ़ियां बिंगियां जोना ना प्राप्त हो। कीर्तन होया उपरंत लड़ीवार कथा का अमृत बचन गुरु अमरदास महाराज की रसना तो उचारण किया होया।
ਉਹਦਾ ਪਾਠ ਆਪ ਜੀ ਨੇ ਇੱਕ ਪੌੜੀ ਦਾ ਸਰਵਣ ਕੀਤਾ ਹੈ। ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਆਪ ਜੀ ਸਰਵਣ ਕਰੋ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੋਹੀ ਰਾਗ ਦੇ ਅੰਦਰ ਬਹੁਤਾ ਰੂਪਕ ਅਲੰਕਾਰ ਵਰਤੇ। ਰੂਪਕ ਅਲੰਕਾਰ ਦੇ ਵਿੱਚ ਸੰਸਾਰ ਦੀ ਔਰਤ ਦਾ ਪ੍ਰਮਾਣ ਦਿੱਤਾ ਹੈ। ਜਗਿਆਸੂ ਰੂਪ ਔਰਤ ਜਿਹੜੀ ਹੈ ਉਹਨੂੰ ਸਿੱਖਿਆ ਦਿੱਤੀ ਗਈ। ਦੋ ਪੱਖਾਂ ਦੀ ਸਿੱਖਿਆ ਹੈ। ਬਾਹਜ ਸੰਸਾਰੀ ਔਰਤ ਨੂੰ ਸਿੱਖਿਆ ਹੈ ਤੇ ਬਾਜ ਅਰਥ ਕਰਨ ਲੱਗਿਆਂ ਫਿਰ ਇਹ ਸਮਾਂ ਲੱਗਦਾ। ਅੰਤਰੀ ਭਾਵ ਨੂੰ ਲੈ ਕਰਕੇ ਆਓ ਆਪਾਂ ਸਮਾਂ ਸਫਲਾ ਕਰੀਏ। ਜੀ ਰੂਪ ਇਸਤਰੀ ਨੂੰ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਸਿੱਖਿਆ ਦਿੰਦੇ ਨੇ, ਸੁਣੋ ਜੀ। ਸੋਹੇ ਮਹੱਲਾ ਤੀਜਾ। ਸੋਹੀ ਰਾਗਣੀ ਹੈ। ਉਚਾਰਨ ਕਰਨ ਵਾਲੇ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਜਾਣਿਆ। ਉਹ ਗਰੀਬ ਨਿਵਾਜ ਸਤਿਗੁਰੂ ਜੀ ਪਾਵਨ ਬਚਨ ਉਚਾਰਦੇ ਹਨ ਜੀ। ਜੁਗ ਚਾਰੇ ਤਨ ਜੇ ਪਵੈ। ਧਨ ਨਾਮ ਇੱਥੇ ਇਸਤਰੀ ਦਾ ਹੈ। ਜੁਗ ਚਾਰੇ ਤੋਂ ਭਾਵੇਂ ਵੀ ਸਤਜੁਗ, ਤ੍ਰੇਤਾ, ਦੁਆਪਰ, ਕਲਯੁਗ। ਇਹ ਚਾਰ ਯੁਗਾਂ ਦੇ ਵਿੱਚ ਜੀਵ ਰੂਪ ਇਸਤਰੀ ਜਣੀ ਜਿੰਨਾ ਮਰਜ਼ੀ ਭਰਮਣ ਕਰ ਲਵੇ। ਜੁਗ ਚਾਰੇ ਤਨ ਜੇ ਪਵੈ, ਯਾਨੀ ਗੁਰੂ ਤੋਂ ਬਿਨਾ ਉਹਦਾ ਭਰਮਣ ਕਰਨਾ ਇਸ ਤਰ੍ਹਾਂ ਹੀ ਹੈ ਜਿਵੇਂ ਸੁੱਕਾ ਪੱਤਾ ਹਵਾ ਉਡਾ ਕੇ ਕਦੇ ਕਿਸੇ ਪਾਸੇ ਲੈ ਜਾਂਦਾ, ਕਿਸੇ ਪਾਸੇ ਲੈ ਜਾਂਦਾ। ਚੌਂ ਯੁਗਾਂ ਦੇ ਵਿੱਚ ਅਨੇਕਾਂ ਜਨਮ ਧਾਰਨ ਕਰਕੇ ਚੱਕਰ ਕੱਟਦਾ ਫਿਰੇ, ਉਹ ਕਿਸੇ ਪ੍ਰਕਾਰ ਵੀ ਮੁਕਤੀ ਨੂੰ ਪ੍ਰਾਪਤ ਨਹੀਂ ਹੋ ਸਕਦਾ, ਛੁਟਕਾਰਾ ਨਹੀਂ ਹੋ ਸਕਦਾ ਹੈ। ਜਨਮ ਮਿਲੀ ਜਾਏਗਾ, ਮੌਤ ਆ ਜਾਏਗੀ, ਫਿਰ ਜਨਮ ਮਿਲਿਆ, ਫਿਰ ਮੌਤ ਆ ਗਈ। ਜਨਮ ਵੀ ਮਨੁੱਖਾ ਸਰੀਰ ਥੋੜੀ ਬਾਰ-ਬਾਰ ਮਿਲਦਾ। ਤੋ ਇਸ ਕਰਕੇ ਹੈ ਵੀ ਚਾਰੇ ਯੁਗਾਂ ਦੇ ਵਿੱਚ ਭਾਵੇਂ ਜੀਵ ਰੂਪ ਇਸਤਰੀ ਜਿੰਨਾ ਮਰਜ਼ੀ ਭਰਮਣ ਕਰ ਲਵੇ ਤੇ ਇਹਦੀ ਕਲਿਆਣ ਨਹੀਂ ਹੁੰਦੀ। ਕਲਿਆਣ ਕਿਵੇਂ ਹੁੰਦੀ ਹੈ ਉਹ ਅੱਗੇ ਚੱਲ ਕੇ ਦੱਸਣਗੇ। ਤੇ ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ, ਬਿਨ ਸਤਿਗੁਰੂ ਸੁਹਾਗ ਨ ਹੋਈ ਰਾਮ। ਸਤਿਗੁਰੂ ਤੋਂ ਬਿਨਾ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੈ। ਜੀਵ ਰੂਪ ਇਸਤਰੀ ਦਾ ਪਤੀ ਹੈ ਪਰਮੇਸ਼ਰ ਵਾਹਿਗੁਰੂ। ਅਕਾਲ ਮੂਰਤ ਬਰ ਪਾਇਆ ਵਿਨਾਸੀ, ਨਾ ਕਦੇ ਮਰੇ ਨ ਜਾਏ। ਉਹਦੀ ਪ੍ਰਾਪਤੀ ਨਹੀਂ ਹੁੰਦੀ ਤੇ ਸੁਹਾਗ ਨਾਮ ਹੈ ਆਨੰਦ ਦਾ। ਉਹਦੀ ਪ੍ਰਾਪਤੀ ਦਾ ਆਨੰਦ ਗੁਰੂ ਤੋਂ ਬਿਨਾ ਪ੍ਰਾਪਤ ਨਹੀਂ ਹੁੰਦਾ। ਰਾਮ ਰਮੇ ਹੋਏ ਪਰਮੇਸ਼ਰ ਵਾਹਿਗੁਰੂ ਦਾ ਆਨੰਦ ਪ੍ਰਾਪਤ ਗੁਰੂ ਤੋਂ ਹੋਣਾ ਹੈ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਪੁੱਛੋ ਬਰਮੈ ਨਾਰਦ ਹੈ, ਵੇਦ ਵਿਆਸਾ ਕੋਈ। ਭਾਈ ਵੀ ਇਹਨਾਂ ਨੂੰ ਕੋ ਪੁੱਛੋ, ਪ੍ਰਮਾਣ ਦਿੱਤਾ ਮਹਾਰਾਜ ਨੇ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਇਹ ਉਪਦੇਸ਼ ਦਿੱਤਾ ਹੈ ਕਿ ਗੁਰੂ ਵਾਲੇ ਬਣਨਾ ਚਾਹੀਏ। ਸਤਿਗੁਰ ਬਾਝੋਂ ਗੁਰੂ ਨਹੀਂ ਕੋਈ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਇਹ ਗੁਰੂ ਪਦਵੀ ਦੇ ਜਿਹੜੇ 11 ਜਾਮੇ ਨੇ ਮਹਾਰਾਜ ਸਾਹਿਬ ਜੀ, ਇਹ ਗੁਰੂ ਅਵਤਾਰ ਵਿੱਚ ਨਿਰੰਕਾਰ ਪ੍ਰਗਟ ਹੋਇਆ। ਅਸਲ ਵਿੱਚ ਸੰਸਾਰ ਦੇ ਜਿਹੜੇ ਬਣਾਏ ਹੋਏ ਗੁਰੂ ਨੂੰ ਉਹਨਾਂ 'ਚ ਅਧੂਰਾਪਣ ਹੈ। ਇਹ ਨਿਰੰਕਾਰ ਦਾ ਸਰੂਪ ਹੈ। ਨਿਰਗੁਣ ਵੀ ਆਪ ਹੀ ਹੈ, ਸਰਗੁਣ ਸਰੂਪ ਵੀ ਉਹਦਾ ਆਪ ਹੀ ਹੈ। ਇਸ ਕਰਕੇ ਪੂਰਨ ਗੁਰੂ ਇਹ ਨੇ, ਇਹਨਾਂ ਤੋਂ ਬਿਨਾਂ ਧੋਖਾ ਹੈ। ਤੋ ਇਸ ਕਰਕੇ ਐਸਾ ਕਥਨ ਕੀਤਾ ਹੈ ਵੀ ਸਤਿਗੁਰਾਂ ਤੋਂ ਬਿਨਾਂ ਉਹ ਰਮੇ ਹੋਏ ਰਾਮ ਪਰਮਾਤਮਾ ਦਾ ਆਨੰਦ ਨਹੀਂ ਪ੍ਰਾਪਤ ਹੁੰਦਾ ਹੈ। ਨਿਚਲ ਰਾਜ ਸਦਾ ਹਰ ਕੇਰਾ। ਹਰ ਹਰੀ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ, ਕੇਰੇ ਦਾ ਅਰਥ ਹੈ ਦਾ। ਉਸ ਵਾਹਿਗੁਰੂ ਦਾ ਜਿਹੜਾ ਰਾਜ ਹੈ, ਰਾਜ ਦੇ ਦੋ ਅਰਥ ਨੇ। ਇੱਕ ਤਾਂ ਰਾਜ ਦਾ ਅਰਥ ਹੈ ਪ੍ਰਕਾਸ਼, ਉਹਦਾ ਪ੍ਰਕਾਸ਼ ਹੈ ਜਿਹੜਾ ਸਦਾ ਹੈ, ਹਮੇਸ਼ਾ ਹੈ, ਅਚਲ ਹੈ। ਤੇ ਦੂਸਰਾ ਰਾਜ ਦਾ ਅਰਥ ਹੈ ਹੁਕਮ। ਉਸ ਵਾਹਿਗੁਰੂ ਦਾ ਹੁਕਮ ਅਚਲ ਹੈ।
ਔਰ ਉਸ ਦਾ ਰਾਜ ਹੈ ਜਿਹੜਾ ਹੁਕਮ, ਉਹ ਆਪ ਅਚਲ ਹੈ, ਚਲਾਇਮਾਨ ਨਹੀਂ ਹੁੰਦਾ, ਉਹਦਾ ਹੁਕਮ ਵੀ ਅਚਲ ਹੈ। ਸੇ ਇਸ ਕਰਕੇ ਐਸਾ ਵਾਹਿਗੁਰੂ ਹੈ, ਉਹਦੇ ਨਾਲ ਜੁੜਨਾ ਚਾਹੀਏ। ਤਿਸ ਬਿਨ ਅਵਰ ਨ ਕੋਈ ਰਾਮ। ਸੰਸਾਰ ਨੂੰ ਚਲਾਉਣ ਵਾਲਾ, ਸੰਸਾਰ ਨੂੰ ਸੱਤਾ ਦੇਣ ਵਾਲਾ, ਉਹ ਤੋਂ ਬਿਨਾਂ ਨਹੀਂ ਹੈ। ਉਹਦਾ ਹੁਕਮ ਐਸਾ ਹੈ, ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ, ਇੱਕ ਜੀਵ ਤੋਂ ਲੈ ਕੇ ਬ੍ਰਹਮਾ ਤੱਕ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਉਹਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ। ਸੋ ਇਸ ਕਰਕੇ ਹੈ, ਉਹਦੀ ਸੱਤਾ ਤੋਂ ਬਿਨਾਂ ਕੁਛ ਨਹੀਂ ਹੋ ਰਿਹਾ। ਇਹ ਸੰਸਾਰ ਪੈਦਾ ਹੁੰਦਾ ਹੈ, ਸੰਸਾਰ ਆਨੰਦ ਮਾਣ ਰਿਹਾ ਹੈ, ਔਰ ਸੰਸਾਰ ਦੇ ਵਿੱਚ ਜੀਵ ਦੀ ਮ੍ਰਿਤੂ ਹੁੰਦੀ ਹੈ। ਇਹ ਸਭ ਕੁਛ ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ, ਉਹਦੇ ਵਿਧੀ ਵਿਧਾਨ ਦੇ ਅਨੁਸਾਰ ਹੀ ਹੋ ਰਿਹਾ ਹੈ। ਤਿਸ ਬਿਨ ਅਵਰ ਨ ਕੋਈ, ਸਦਾ ਸੱਚ ਸੋਈ। ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ। ਇਸ ਬਿਨ ਅਵਰ, ਅਵਰ ਦੂਸਰਾ, ਹੋਰ ਕੋਈ ਹੁਕਮ ਕਰਨ ਵਾਲਾ ਥੋੜੀ ਹੈ। ਸਦਾ ਸੱਚ ਸੋਈ, ਸੋਈ ਉਹੀ ਇੱਕ ਸੱਚਾ, ਸਦਾ ਹਮੇਸ਼ਾ ਰਹਿਣ ਵਾਲਾ ਸੱਚ ਸਰੂਪ ਹੈ। ਐਸਾ ਹੈ ਵਾਹਿਗੁਰੂ। ਗੁਰਮੁਖ ਏਕੋ ਜਾਣਿਆ। ਉਸ ਪਰਮੇਸ਼ਰ ਵਾਹਿਗੁਰੂ ਨੂੰ, ਇੱਕ ਅਖੰਡ ਸਰੂਪ ਨੂੰ ਮੁਖੀ ਗੁਰੂ ਸਾਹਿਬ ਦੁਆਰਾ ਜਾਣਿਆ ਜਾਂਦਾ ਹੈ। ਜਿਹਨੇ ਜਾਣਿਆ ਗੁਰੂ ਦੁਆਰਾ ਜਾਣਿਆ, ਜਿਹਨੇ ਜਾਣਿਆ ਗਿਆਨ ਦੁਆਰਾ ਜਾਣਿਆ। ਤੋ ਇਸ ਕਰਕੇ ਕਥਨ ਕੀਤਾ। ਅੱਗੇ ਦੱਸਦੇ ਹਨ, ਧਨ ਪਿਰ ਮਿਲਾਵਾ ਹੋਆ, ਗੁਰਮਤਿ ਮਨ ਮਾਨਿਆ। ਧਨ ਪਿਰ ਮਿਲਾਵਾ ਹੋਆ, ਤੇ ਇਹ ਧਨ ਇਸਤਰੀ ਦਾ ਫਿਰ ਪਤੀ ਪਰਮਾਤਮਾ ਦੇ ਨਾਲ ਮਿਲਾਵਾ ਹੋਆ, ਮਿਲਾਪ ਹੁੰਦਾ ਹੈ। ਕਿਵੇਂ ਮਿਲਾਪ ਹੁੰਦਾ ਹੈ? ਗੁਰਮਤਿ ਮਨ ਮਾਨੇ, ਗੁਰੂ ਦੀ ਮਤ ਸਿੱਖਿਆ ਦੁਆਰਾ, ਯਾਨੀ ਗੁਰੂ ਦੇ ਸਿੱਖਿਆ ਤੇ ਜਿਹਦਾ ਮਨ ਮੰਨ ਗਿਆ, ਤਾਂ ਫਿਰ ਉਸ ਧਨ ਜਗਿਆਸੂ ਰੂਪ ਇਸਤਰੀ ਦਾ ਮਿਲਾਪ ਜਿਹੜਾ ਹੈ, ਉਹ ਵਾਹਿਗੁਰੂ ਦੇ ਨਾਲ ਹੋ ਜਾਂਦਾ ਹੈ। ਗੱਲਾਂ ਬਾਤਾਂ ਨਾਲ ਥੋੜੀ ਮਿਲਾਪ ਹੁੰਦਾ ਹੈ, ਇਸ ਢੰਗ ਦੇ ਨਾਲ ਹੁੰਦਾ ਹੈ। ਸਤਿਗੁਰ ਮਿਲਿਆ ਤਾਂ ਹਰ ਪਾਇਆ। ਜੇ ਪਹਿਲਾਂ ਸਤਿਗੁਰੂ ਪ੍ਰਾਪਤ ਹੋਏਗਾ ਤਾਂ ਹਰੀ ਪਰਮੇਸ਼ਰ ਵਾਹਿਗੁਰੂ ਪਾਇਆ ਜਾਏ। ਕਿਉਂਕਿ ਸਤਿਗੁਰੂ ਦੇ ਕੋਲ ਗਿਆਨ ਹੈ, ਗਿਆਨ ਤੋਂ ਬਿਨਾ ਮੁਕਤੀ ਨਹੀਂ ਹੈ। ਸਤਿਗੁਰਾਂ ਦੇ ਕੋਲ ਨਾਮ ਹੈ, ਨਾਮ ਤੋਂ ਬਿਨਾ ਗਿਆਨ ਨਹੀਂ ਹੁੰਦਾ, ਗਿਆਨ ਤੋਂ ਬਿਨਾ ਮੁਕਤੀ ਨਹੀਂ ਹੁੰਦੀ। ਤੇ ਇਸ ਕਰਕੇ ਫਿਰ ਹੈ ਵੀ ਸਤਿਗੁਰਾਂ ਤੋਂ ਬਿਨਾ ਪ੍ਰਾਪਤੀ ਉਹ ਨਹੀਂ ਹੈ, ਉਹ ਪਰਮਾਤਮਾ ਨਹੀਂ ਪਾਇਆ ਜਾਂਦਾ ਹੈ। ਬਿਨ ਹਰ ਨਾਮੈ ਮੁਕਤ ਨਾ ਹੋਏ। ਬਿਨ ਹਰ ਨਾਵੈ, ਨਾਮ ਤੋਂ ਬਿਨਾ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ, ਮੁਕਤੀ ਨਹੀਂ ਹੁੰਦੀ। ਤੇ ਉਸ ਤਰ੍ਹਾਂ ਟੀਕਿਆਂ ਵਾਲਿਆਂ ਨੇ ਵੀ, ਜਾਂ ਵਿਆਖਿਆ ਕਰਨ ਵਾਲੇ ਵੀ, ਜਿੱਥੇ ਮੁਕਤੀ ਆ ਗਈ, ਮੁਕਤੀ ਦਾ ਅਰਥ ਮੁਕਤੀ ਸ਼ਬਦ ਉਹ ਵਰਤੀ ਜਾਣਾ, ਪਰ ਇਹ ਅਰਥ ਨਹੀਂ ਬਣਦਾ। ਇਹਨੂੰ ਮੁਕਤੀ ਨੂੰ ਸਮਝਣ ਦੀ ਲੋੜ ਹੈ। ਮੁਕਤੀ ਹੁੰਦੀ ਕੀ ਹੈ, ਕਿਹਨੂੰ ਕਹਿੰਦੇ ਨੇ ਮੁਕਤੀ, ਮੁਕਤੀ ਦੀ ਪਰਿਭਾਸ਼ਾ ਕੀ ਹੈ, ਇਹਨੂੰ ਥੋੜਾ ਜਿਹਾ ਵੀ ਵਿਚਾਰ ਤੇ ਆਪਣੇ ਦਿਮਾਗ ਤੇ ਬਾਹਲਾ ਵਜਨ ਪਾਉਣ ਦੀ ਵੀ ਲੋੜ ਨਹੀਂ ਹੈ। ਇਹ ਤੁਸੀਂ ਦੇਖੋ ਵੀ ਦੋ ਤਰ੍ਹਾਂ ਦੇ ਅੱਖਰ ਹੁੰਦੇ ਨੇ। ਇੱਕ ਅੱਖਰਾਂ ਨੂੰ ਕਹਿੰਦੇ ਮੁਕਤੇ ਅੱਖਰ, ਇਹ ਤਾਂ ਤੁਹਾਡੇ ਕੋਲ ਹੀ ਪਿਆ ਗਿਆ ਨੇ। ਮੁਕਤੇ ਅੱਖਰ ਦਾ ਕੀ ਮਤਲਬ ਹੁੰਦਾ? ਜਿਹਨੂੰ ਸਿਹਾਰੀ ਨਹੀਂ, ਵਿਹਾਰੀ ਨਹੀਂ, ਔਂਕੜ ਨਹੀਂ, ਦਲੈਂਕੜ ਨਹੀਂ, ਕੋਈ ਮਾਤਰਾ ਨਹੀਂ ਲੱਗੀ, ਉਹ ਅੱਖਰ ਸੁਤੰਤਰ ਹੈ। ਹੁਣ ਸੱਸਾ ਹੈ, ਆਪਣੇ ਆਪ ਜੀ ਸੁਤੰਤਰ ਹੈ। ਜਦੋਂ ਸੱਸੇ ਨੂੰ ਬਿਹਾਰੀ ਪਾਤੀ, ਉਹ ਬਿਹਾਰੀ ਦੇ ਅਧੀਨ ਹੋ ਕੇ ਬੋਲੂਗਾ। ਫਿਰ ਸੀ ਜਿਹੜਾ ਬੰਦੇ ਦੇ ਹੱਥਕੜੀ ਲੱਗ ਗਈ, ਫਿਰ ਉਹਦੇ ਅਨੁਸਾਰ ਚੱਲੂਗਾ ਨਾ, ਜਿਹਦਾ ਫੜਿਆ ਹੋਇਆ ਉਹ। ਇਹ ਅੱਖਰਾਂ ਨੂੰ ਮਾਤਰਾ ਫੜ ਲੈਂਦੀ ਹੈ ਵੀ ਇਉਂ ਬੋਲ। ਇਹ ਸਮਝਾਉਣ ਵਾਸਤੇ ਹੈ ਵੀ ਇਹਨਾਂ ਨੂੰ ਮੁਕਤੇ ਅੱਖਰ ਉਹਨਾਂ ਨੂੰ ਕਿਹਾ ਜਾਂਦਾ ਜਿਹਨੂੰ ਸਿਹਾਰੀ ਬਿਹਾਰੀ ਹੈ ਹੀ ਨਹੀਂ ਕੋਈ, ਉਹਦਾ ਆਪਣਾ ਰੂਪ ਬੋਲੂਗਾ। ਇਸੇ ਤਰ੍ਹਾਂ ਤੇ ਮੁਕਤੀ ਜਿਹੜੀ ਹੈ
ਸੁਤੰਤਰਪਣੇ ਦਾ ਭਾਵ ਹੈ ਇਹਦੇ ਵਿੱਚ। ਤੇ ਸਾਨੂੰ ਸਿਹਾਰੀਆਂ ਬਿਹਾਰੀਆਂ ਕਿਹੜੀਆਂ ਲੱਗੀਆਂ ਹੁਣ ਮਾਤਰ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਭ ਆਪਣੇ ਅਧੀਨ ਲਈ ਫਿਰਦੇ ਆ। ਜਿਹੜਾ ਇਹਨਾਂ ਦਾ ਸੁਭਾਅ ਹੈ ਉਹਦੇ ਅਨੁਸਾਰ ਹੋ ਕੇ ਅਸੀਂ ਚੱਲ ਰਹੇ ਹਾਂ। ਮੰਦੀ ਵਾਸ਼ਨਾ ਉੱਠੀ, ਕਾਮ ਦੇ ਅਧੀਨ ਹੋ ਗਏ, ਤੇ ਕਦੇ ਕ੍ਰੋਧ ਦੇ। ਇਹ ਮਾਤਰਾ ਹੀ ਲੱਗੀਆਂ ਹੋਈਆਂ ਨੇ, ਇਸ ਕਰਕੇ ਅਸੀਂ ਮੁਕਤ ਨਹੀਂ ਹਾਂ, ਸੁਤੰਤਰ ਨਹੀਂ ਹਾਂ। ਸਾਨੂੰ ਇਹ ਹੱਥਕੜੀਆਂ ਲੱਗੀਆਂ ਹੋਈਆਂ। ਤੇ ਇਹਨਾਂ ਤੋਂ ਆਜ਼ਾਦ ਕਰਾਉਣ ਵਾਲਾ ਕੌਣ ਹੈ? ਇਸ ਕਰਕੇ ਇਹ ਬੰਧਨ ਪਏ ਨੇ ਅਗਿਆਨ ਕਰਕੇ। ਗਿਆਨ ਕਰਕੇ ਟੁੱਟਣੇ ਨੇ। ਮੁਕਤੀ ਦੀ ਜਿਹੜੀ ਪਰਿਭਾਸ਼ਾ ਹੈ ਉਹ ਥੋੜੇ ਜਿਹੇ ਗਹਿਰੇ ਸ਼ਬਦ ਹੁੰਦੇ ਨੇ। ਇਹ ਮੁਕਤੀ ਦਾ ਜਿਹੜਾ ਸਰੂਪ ਕਥਨ ਕੀਤਾ ਹੈ ਉਹ ਐਸਾ ਕਥਨ ਕੀਤਾ ਹੈ ਕਿ ਜਿਹੜੇ ਮਾਇਆ ਦੇ ਵਿਸ਼ੇਸ਼ਣ ਹੈ ਨਾ, ਉਹ ਅਸਤ, ਜੜ ਤੇ ਦੁੱਖ ਰੂਪ, ਸਦਾ ਨਾ ਰਹਿਣ ਵਾਲਾ ਮਾਇਆ ਦਾ ਸਰੂਪ ਹੈ ਅਸਤ। ਕਦੇ ਹੈ ਕਦੇ ਨਹੀਂ ਹੈ। ਜੜ ਰੂਪ ਹੈ ਅਤੇ ਦੁੱਖ ਰੂਪ। ਇਸ ਤੋਂ ਉਲਟ ਬ੍ਰਹਮ ਦਾ ਸਰੂਪ ਕੀ ਹੈ? ਸਤ, ਚੇਤਨ, ਆਨੰਦ। ਯਾਨੀ ਸਤ, ਚੇਤਨ, ਆਨੰਦ ਬ੍ਰਹਮ ਦੀ ਪ੍ਰਾਪਤੀ। ਅਸਤ, ਜੜ, ਦੁੱਖ ਰੂਪ ਮਾਇਆ ਦੀ ਨਿਵਰਤੀ। ਆਹ ਸਰੂਪ ਭਾਈ ਪਰਿਭਾਸ਼ਾ ਹੈ ਮੁਕਤੀ ਦੀ, ਉਹਨੂੰ ਕਹਿੰਦੇ ਨੇ ਮੁਕਤੀ। ਤੇ ਹੁਣ ਤਾਂ ਬੜੇ ਬੜੇ ਮੁਕਤੀ ਦੇ ਠੇਕੇਦਾਰ ਬੈਠੇ ਆ ਜਿਹੜੇ ਕਹਿੰਦੇ ਨੇ ਆਓ ਤੁਸੀਂ, ਅਸੀਂ ਤੁਹਾਨੂੰ ਤੁਰੰਤ ਹੀ ਮੁਕਤ ਕਰ ਦਿੰਦੇ ਹਾਂ। ਇਹ ਐਵੇਂ ਠੱਗੀ ਠੋਰੀ ਦੀਆਂ ਦੁਕਾਨਾਂ ਨਾ। ਇਹਨੂੰ ਤਾਂ ਮੁਕਤੀ ਦੇ ਸਰੂਪ ਨੂੰ ਸਮਝਣ ਦੀ ਲੋੜ ਹੈ। ਸੋ ਮੁਕਤ ਜੇ ਸਤਿਗੁਰ ਚੰਗਾ। ਮੁਕਤ ਉਹ ਹੋਊਗਾ ਜਿਹਨੂੰ ਸਤਿਗੁਰੂ ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ ਮਿਲ ਗਿਆ। ਗੱਲਾਂ ਨਾਲ ਨਹੀਂ ਹੁੰਦੀ। ਤੇ ਧਰਮ ਸ਼ਾਸਤਰ ਵਿੱਚ ਵੇਦਾਂ ਦੇ ਅੰਦਰ ਇਹ ਕਥਨ ਹੈ, ਰਿਤੇ ਗਿਆਨਾਤ ਨ ਮੁਕਤੀ ਨ ਅੰਨ੍ਯ ਪੰਥ ਵਿਦਿਆ ਤੇ ਐਨਿਆ। ਜਿੰਨੀ ਦੇਰ ਤੱਕ ਹਿਰਦਾ ਗਿਆਨ ਤੋਂ ਰਿਤੇ ਨਾਮ ਖਾਲੀ ਦਾ, ਸੰਸਕ੍ਰਿਤ ਰਿਤੇ ਕਹਿੰਦੇ ਰੀਤੇ, ਭਰੇ, ਭਰੇ ਸਕਨਾ ਗੁਰਬਾਣੀ ਸਾਰੇ ਪ੍ਰਮਾਣ ਹੁੰਦੇ ਆ। ਜਦੋਂ ਹਿਰਦਾ ਗਿਆਨ ਤੋਂ ਖਾਲੀ ਹੈ ਮੁਕਤੀ ਨਹੀਂ। ਰਿਤੇ ਗਿਆਨਾਤ ਨਾ ਮੁਕਤੀ ਨਹੀਂ। ਨਾ ਅੰਨ੍ਯ ਪੰਥ ਵਿਦਿਆ ਦੇ, ਜਿਹੜੇ ਮਰਜ਼ੀ ਕਰਮ ਉਪਾਸਨਾ, ਜਿਹੜੇ ਮਰਜ਼ੀ ਰਸਤੇ ਚਲੇ, ਉਹ ਮੁਕਤੀ ਨਹੀਂ ਹੋਊਗੀ। ਸਵਾਮੀ ਜੀ ਹੋਰੀ, ਸਵਾਮੀ ਆਤਮਾਨੰਦ ਜੀ ਸੰਨਿਆਸ ਮਤ ਦੇ ਵਿੱਚ ਬੜੇ ਚੋਟੀ ਦੇ ਉਹ ਮਹਾਂਪੁਰਸ਼ ਵਿਦਵਾਨ, ਹੁਣ ਮੈਨੂੰ ਪਤਾ ਨਹੀਂ ਵੀ ਉਹਨਾਂ ਦਾ ਸਰੀਰ ਹੈ ਜਾਂ ਚਲਿਆ ਗਿਆ, ਬਹੁਤ ਸਾਲਾਂ ਤੋਂ ਮੈਂ ਦਰਸ਼ਨ ਨਹੀਂ ਕਰ ਸਕਿਆ। ਉਹਨਾਂ ਦੇ ਕੋਲ ਮੈਂ ਵੇਦਾਂਤ ਸ਼ਾਸਤਰ ਪੜ੍ਹਿਆ ਸੀ ਤੇ ਉਹ ਬਹੁਤ ਪ੍ਰਸੰਨ ਸੀ ਵੀ ਮੈਂ ਜਿਹੜਾ ਪੜ੍ਹਾਉਣਾ ਵੀ ਉਹ ਤੂੰ ਚੰਗੀ ਤਰ੍ਹਾਂ ਪੜ੍ਹ ਰਿਹਾ। ਉਹ ਮੇਰੇ ਤੇ ਖੁਸ਼ ਇਸ ਕਰਕੇ ਸੀ। ਕੁਦਰਤੀ ਅਧਿਆਪਕ ਉਹਦੇ ਤੇ ਖੁਸ਼ ਹੁੰਦਾ ਜਿਹੜਾ ਬੱਚਾ ਲਗਨ ਨਾਲ ਪੜ੍ਹੇ। ਮੈਂ ਬਹੁਤ ਸਾਲਾਂ ਬਾਅਦ ਗਿਆ ਤੇ ਮੈਨੂੰ ਕਹਿਣ ਲੱਗੇ, ਬੜੀ ਦੇਰ ਹੋ ਗਈ। ਮੈਂ ਕਿਹਾ ਹਾਂਜੀ। ਕਹਿੰਦੇ ਅੱਛਾ। ਕਹਿੰਦੇ मैं आपके लिए, वो हिंदी बोल सी, मैं आपके लिए एक श्लोक सोच रखा है कि आपको बताएंगे। देखो ਜਦੋਂ ਉਸਤਾਦ ਮਿਹਰਬਾਨ ਹੁੰਦਾ ਨਾ ਕਿਸੇ ਵਿਦਿਆਰਥੀ ਤੇ, ਉਹ ਫਿਰ ਚੰਗੀ, ਜਿਵੇਂ ਪਿਓ ਆਪਣੇ ਪੁੱਤ ਨੂੰ ਚੰਗੀਆਂ ਚੰਗੀਆਂ ਚੀਜ਼ਾਂ ਦਿੰਦਾ ਲਿਆ ਕੇ, ਇਸੇ ਤਰ੍ਹਾਂ ਉਸਤਾਦ ਦਾ ਵੀ ਕੰਮ ਹੁੰਦਾ। ਜਿਹੜਾ ਵਿਦਿਆਰਥੀ ਕਾਮਯਾਬ ਹੋਣ ਵਾਲਾ ਲੱਗਦਾ ਉਹਨਾਂ ਨੂੰ, ਤੇ ਉਹ ਕੁਦਰਤੀ ਸਲੋਕ ਉਹਨਾਂ ਦੇ ਕੋਲੋਂ ਨਾ ਕਿਤੇ ਇੱਧਰ ਉੱਧਰ ਹੋ ਗਿਆ, ਉਹ ਲੱਭੇ ਨਾ, ਲੱਭੀ ਜਾਣ, ਕਦੇ ਇੱਧਰ ਕਦੇ ਇੱਧਰ ਕਦੇ ਇੱਧਰ। ਮੈਂ ਕਿਹਾ ਜੀ ਸਿਧਾਂਤ ਕੀ ਹੈ ਉਸ ਦਾ? ਕਹਿੰਦੇ ਭਾਈ ਸਿਧਾਂਤ ਐਸਾ ਹੈ ਕਿ ਜਿਹੜੀ ਮੋਕਸ਼ ਹੈ ਉਹ ਗਿਆਨ ਸੇ ਬਿਨਾ ਨਹੀਂ ਹੋਤੀ। ਮੈਂ ਕਿਹਾ ਜੀ ਫਿਰ ਦੇਖੋ ਦਾ ਕਿਤੇ ਆਹ ਸਲੋਕ ਤਾਂ ਨਹੀਂ ਹੈ? ਕਹਿੰਦੇ कौन सा? मका रिते ज्ञानात न मुक्ति न अन्य पंथ विद्या। आपने कहाँ से पढ़ लिया? हमने तो बताया भी नहीं आपको है। वो कहते मैं तो तेरे वास्ते रखा होया सी, तू ये जबानी सुनाता। मैं कहा जी हुण तुसीं आदत पाती है पढ़न दी, ये पेंगलू उपनिषद है। मैं कहा कहते हाँ हाँ उसके ही है। तो इस तरह भी विद्या पढ़न दे शौक ही खत्म हो गए। कीता की जाए। मेरे को 93 विद्यार्थी होंगे सी। मेरा ख्याल है भी ਵੱਧ ਤੋਂ ਵੱਧ 20 ਦੇ ਹੇਠਾਂ ਹੀ ਆ ਗਿਣਤੀ ਹੁਣ। ਉਹ ਵੀ ਬਸ ਕਿਹਾ ਜਾਈਆ ਵੀ ਅੰਮ੍ਰਿਤ ਵੇਲੇ ਉਠਾਉਣਾ ਵੀ ਆਪ ਹੀ ਪੈਂਦਾ ਕਹਿ ਕੂ ਕੇ, ਤੇ ਵਿਦਿਆ ਪੜ੍ਹਨ ਵਾਸਤੇ ਵੀ ਇੱਥੇ ਬੈਠਿਆਂ ਤਾਂ ਵੀ ਪੁੱਛਣਾ ਪੈਂਦਾ ਭਾਈ ਸੰਥਿਆ ਕਰ ਵੀ ਰਹੇ ਨੇ,
ਕੱਲ ਨੂੰ ਐਵੇਂ ਵਿਦਿਆਲੇ ਦੀ ਬਦਨਾਮੀ ਨਾ ਹੋਵੇ। ਇਹ ਉਹਨਾਂ ਨੂੰ ਕਹੋ ਵੀ ਕਮ ਸੇ ਕਮ ਪਾਠੀ ਤਾਂ ਚੱਜ ਦੇ ਬਣ ਜਾਣ, ਗਿਆਨੀ ਪਤਾ ਨਹੀਂ ਇਹਨਾਂ 'ਚ ਬਣਨਾ ਕਿਸੇ ਨੇ ਨਹੀਂ ਬਣਨਾ। ਸਮਾਂ ਬਦਲ ਗਿਆ ਕਹਿਣ ਤੋਂ ਬਾਅਦ। ਸੰਤ ਗਿਆਨੀ ਗੁਰਬਚਨ ਸਿੰਘ ਦੇ ਕੋਲ 150 ਸਿੰਘ ਹੁੰਦਾ ਸੀ। ਉਹ ਪਿੰਡਰੀ ਜਾ ਕੇ ਦੇਖ ਲਓ ਵੀ ਕਿੰਨੇ ਸਿੰਘ ਨੂੰ। ਉਹਦੇ ਕਈ ਕਾਰਨ ਵਰਤ ਗਏ। ਮਹਾਂਪੁਰਖਾਂ ਦੇ ਵੇਲੇ ਇੱਕ ਇੱਕ ਗ੍ਰਿਸ਼ਤੀ ਪਰਿਵਾਰ ਕੋਲ 5-5 ਪੁੱਤਰ ਸੀ। ਉਹ ਕਹਿੰਦਾ ਜੇ 2 ਸਾਧ ਵੀ ਬਣ ਜਾਣਗੇ, ਇੱਕ ਗਿਆਨੀ ਸਿੰਘ ਬਣ ਜਾਊ, ਕਥਾ ਕਰੂ, ਇੱਕ ਰਾਗੀ ਸਿੰਘ ਬਣ ਜਾਊ, ਪ੍ਰਚਾਰਕ ਬਣ ਜਾਊ, ਤੇ ਕੋਈ ਮਹਾਤਮਾ ਦੀ ਸੇਵਾ ਕਰੂ, ਚੱਲ ਜਾਂਦਾ ਸੀ। ਹੁਣ ਕੱਲਾ ਕੱਲਾ ਉਹ ਵੀ ਕੋਈ ਆਸਟ੍ਰੇਲੀਆ ਬੈਠਾ, ਕੋਈ ਕੈਨੇਡਾ ਬੈਠਾ, ਕੋਈ ਇੰਗਲੈਂਡ ਬੈਠਾ। ਪੰਜਾਬ ਤਾਂ ਖਾਲੀ ਹੋਇਆ ਪਿਆ। ਹੁਣ ਗਿਆਨੀ ਕਿਹੜੇ ਨੇ ਬਣਨਾ? ਇਹ ਤਾਂ ਹੁਣ ਤੁਹਾਨੂੰ ਇੱਧਰ ਆ ਕੇ ਮਾੜਾ ਮੋਟਾ ਪੜ੍ਹਾ ਲਿਆ ਕਰਨਗੇ ਗਿਆਨੀ ਸਿੰਘ। ਉਹ ਵੀ ਜੇ ਤੁਸੀਂ ਤੁਹਾਡੇ ਬੱਚੇ ਪੜ੍ਹਨਾ ਚਾਹਣ। ਨਹੀਂ, ਇਹ ਸਿਲਸਿਲਾ ਵਿਗੜ ਗਿਆ, ਸ਼ੌਕ ਹੀ ਖਤਮ ਹੋ ਗਿਆ ਵਿਦਿਆ ਦਾ। ਗੁਰੂ ਨਾਨਕ ਦੇ ਘਰ ਦੀ ਜਿਹੜੀ ਗੁਰਬਾਣੀ ਦੀ ਵਿਦਿਆ ਸੀ, ਅਸਲ ਇਹ ਸੰਸਾਰੀ ਵਿਦਿਆ ਵਰਗੀ ਵਿਦਿਆ ਥੋੜ੍ਹੀ ਹੈ। ਇਹ ਤਾਂ ਬ੍ਰਹਮ ਵਿਦਿਆ ਹੈ। ਇਹਨੇ ਬ੍ਰਹਮ ਦੀ ਪ੍ਰਾਪਤੀ ਕਰਾਉਣੀ ਹੈ। ਇਹ ਤਾਂ ਉਹਦੇ ਵਾਸਤੇ ਪੜ੍ਹਨੀ ਹੈ। ਕਿੱਡੀ ਕਿਰਪਾ ਗੁਰੂ ਨਾਨਕ ਸਾਹਿਬ ਦੀ। ਜੇ ਸਿੱਖ ਬਾਣੀ ਪੜ੍ਹਦਾ ਤਾਂ ਵੀ ਨਾਮ ਜਪਦਾ ਜਾ ਰਿਹਾ, ਬਾਣੀ ਪੜ੍ਹਦਾ ਜਾ ਰਿਹਾ, ਨਾਮ ਜਪਦਾ ਜਾ ਰਿਹਾ। ਤੇ ਜੇ ਕੀਰਤਨ ਕਰ ਰਿਹਾ ਤਾਂ ਵੀ ਨਾਮ ਜਪ ਰਿਹਾ, ਕੀਰਤਨ ਸੁਣ ਰਿਹਾ, ਬਾਣੀ ਸੁਣ ਰਿਹਾ, ਕਥਾ ਕਰ ਰਿਹਾ, ਕਥਾ ਸੁਣ ਰਿਹਾ। ਮਹਾਰਾਜ ਨੇ ਤਾਂ ਐਸੀ ਕਿਰਪਾ ਕੀਤੀ ਆ ਵੀ ਭਾਈ ਘੀ ਤੁਹਾਨੂੰ ਦੇ ਦਿੱਤਾ, ਚਾਹੇ ਦਾਲ 'ਚ ਪਾ ਕੇ ਖਾ ਲਓ, ਚਾਹੇ ਸ਼ੱਕਰ 'ਚ ਪਾ ਕੇ ਖਾ ਲਓ, ਚਾਹੇ ਕੜਾਹ ਪ੍ਰਸ਼ਾਦ ਬਣਾ ਕੇ ਖਾ ਲਓ, ਘੀ ਤੁਹਾਡੇ ਅੰਦਰ ਜਾਣਾ ਚਾਹੀਦਾ। ਗੁਰੂ ਸਾਹਿਬ ਨੇ ਨਾਮ ਦਾ ਘੀ ਬਾਣੀ ਦੇ ਅੱਖਰਾਂ ਦੁਆਰਾ ਸਾਨੂੰ ਇਹ 2-3 ਤਰੀਕੇ ਦੇ ਦਿੱਤੇ ਵੀ ਜਿਹੜਾ ਤਰੀਕਾ ਪਸੰਦ ਹੈ। ਕਿਸੇ ਨੂੰ ਸ਼ੱਕਰ ਘੀ ਪਸੰਦ ਆ, ਉਹ ਸ਼ੱਕਰ ਘੀ ਦੇ ਨਾਲ ਰੋਟੀ ਖਾ ਲੈਂਦਾ। ਕਿਸੇ ਨੂੰ ਕਹਿੰਦੇ ਨਹੀਂ ਵੀ ਦਾਲ ਸਬਜ਼ੀ 'ਚ ਪਾ ਦਿਓ ਚਮਚਾ ਦੇ। ਇਹ ਨਾਮ ਹੈ ਜਿਹੜਾ ਨਾ, ਇਹ ਇਸ ਕਰਕੇ ਹੈ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਵੀ ਬਾਣੀ ਹੈ ਨਾਮ ਰੂਪ। ਜਿਹੜੇ ਲੋਕਾਂ ਨੇ ਪ੍ਰਚਾਰ ਕਰ ਰੱਖਿਆ ਨਾ ਵੀ ਜੇ ਜਿਹੜਾ ਨਾਮ ਜਪਦਾ ਹੈ ਉਹਨੂੰ ਬਾਣੀ ਪੜ੍ਹਨ ਦੀ ਕੀ ਲੋੜ ਹੈ? ਬਾਣੀ ਤਾਂ ਨਾਮ ਜਪਣ ਵਾਸਤੇ ਕਹਿੰਦੀ ਹੈ। ਇਹ ਕੋਈ ਬ੍ਰਾਹਮਣ ਕਹੇ ਵਾਜਬ ਹੋਊਗੀ ਇਹਦੇ ਵਾਸਤੇ, ਕਿਉਂਕਿ ਦੂਸਰੇ ਮਤ ਦਾ ਹੈ। ਬਾਣੀ ਤੋਂ ਹਟਾਉਣ ਦੀ ਗੱਲ ਕੋਈ ਤਰੀਕਾ ਉਹ ਵਰਤੇ ਸਾਨੂੰ ਬਾਣੀ ਹਟਾਉਣ ਤੋਂ, ਤੇ ਉਹ ਅਸੀਂ ਕਹਾਂਗੇ ਵੀ ਬਗਾਨੇ ਕਹਿੰਦੀ ਹੁੰਦੇ। ਪਰ ਹੈਰਾਨੀ ਦੀ ਗੱਲ ਵੀ ਸਾਡੇ ਵਾਲੇ ਕਹਿਣ ਲੱਗ ਗਏ ਇਹ ਗੱਲ ਜਿਹੜੀ ਬਗਾਨਿਆਂ ਨੇ ਕਹਿਣੀ ਸੀ। ਇਹ ਗੁਰੂ ਸਾਹਿਬ ਨੂੰ ਇਸ ਗੱਲ ਦਾ ਨਹੀਂ ਸੀ ਪਤਾ, ਜਿਹੜੀ ਗੱਲ ਦਾ ਅੱਜ ਤੈਨੂੰ ਵਰਮ ਗਿਆਨ ਹੋਇਆ ਵੀ ਇਕੱਲਾ ਵਾਹਿਗੁਰੂ ਮੰਤਰ ਜਪੋ, ਫੇਰ ਤਾਂ ਗੁਰਬਾਣੀ ਦੀ ਤਾਂ ਰਚਨ ਦੀ ਲੋੜ ਕੋਈ ਨਹੀਂ ਸੀ। ਗੁਰਬਾਣੀ ਇਕੱਲੀ ਉਪਦੇਸ਼ ਰੂਪ ਨਹੀਂ, वेद उपदेश रूपन, उपनिषदां उपदेश रूपन, कुरान अंजील तौरेत जबूर उपदेश रूपन, नाम रूप नहीं। पर गुरबाणी उपदेश रूप भी है ते नाम रूप भी है। हुण तुसीं बंदगी भी कर रहे हो। गुरु नानक दे घर दे विच बंदगी दा आ एक तरीका है, और सुलझिया होया तरीका है, जिहदे विच ज्ञान दे विच भी वाधा हो रहा है। नाम ते ज्ञान दोने इकट्ठे कर दिते महाराज, धन गुरु नानक साहब महाराज भी नाले ज्ञान च वाधा होवे ते नाल नाम जपिया जा रहा हो। सो इस करके है ते इस तरह ये मुक्ति जिहड़ी है असत जड़ दुख रूप संसार दी निवृत्ति, सतचेतन आनंद ब्रह्म दी प्राप्ति, यह है मुक्ति दा स्वरूप। जिन्ना च हिरदा ज्ञान तो खाली है उन्नी देर तक मुक्ति नहीं है। और भरना काहदे नाल है? जिहड़ा तां कल्ला ज्ञान वेदां शास्त्रां दा वो इकट्ठा करना है, वो तां अज्ञान दा ही हिस्सा है। जिहड़ा नाम जपण तो बाद ज्ञान अंदरों पैदा होना है ना, बाणी पढ़दे पढ़दे नाम जपदे कथा कीर्तन करदे ते वो असल दे विच अनुभव ज्ञान है। अनुभव प्रकाश अमतोज की है। वो जिहड़ा अनुभव प्रकाश है उन्हें तेन मुक्ति देनी है। वो नाम जपे तो बिना नहीं हो सकता, ते नाम जपिया जपाया नहीं मिलना कितों। ये वो सौदा नहीं जिहड़ा दुकानां ते मिल जाऊगा, खुद ही जपना पैना। दिन राती आराध हो प्यारो, निमक ना की जाती। महाराज तो निमक कहते हैं ढिल ना, इतने ढिले ढिला ढिल तो बिना साडे पल्ले की होर। उंज असीं दूर मतलब है। हाँ जी, अगे फरमान करो।
ਨਾਨਕ ਕਾਮਣ ਕੰਤੈ ਰਾਵੇ। ਇਹ ਮਹਾਰਾਜ ਸਾਹਿਬ ਕਹਿੰਦੇ ਨੇ ਉਹ ਜਗਿਆਸੂ ਰੂਪ ਕਾਮਣ ਇਸਤਰੀ ਤੇ ਕੰਤ ਕੌਣ ਹੈ? ਪਰਮੇਸ਼ਰ ਵਾਹਿਗੁਰੂ। ਉਹ ਕੰਤੇ ਰਾਵੇ, ਉਹਦੇ ਆਨੰਦ ਨੂੰ ਰਾਵੇ ਮੰਨਦੀ। ਤੋ ਜਿਹਨੇ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕੀਤਾ, ਗੁਰੂ ਵਾਲੇ ਬਣ ਕੇ ਫਿਰ ਉਹਨੇ ਗੁਰੂ ਦੇ ਅਨੁਸਾਰ ਗੁਰੂ ਦੇ ਉਪਦੇਸ਼ ਦੁਆਰਾ ਨਾਮ ਜਪਿਆ, ਉਹ ਆਨੰਦ ਨੂੰ ਮਾਣਨਾ ਕਰਦੀ ਹੈ। ਜੀਵ ਰੂਪ ਇਸਤਰੀ, ਜਗਿਆਸੂ ਰੂਪ ਇਸਤਰੀ ਮਨ ਮਾਨੀਐ ਸੁਖ ਹੋਏ। ਜਦੋਂ ਮਨ ਦੇ ਵਿੱਚ ਗੁਰੂ ਨਾਨਕ ਦੀ ਸਿੱਖਿਆ ਦੇ ਉੱਤੇ ਮਨ ਮੰਨ ਗਿਆ, ਗੁਰੂ ਨਾਨਕ ਦੀ ਸਿੱਖਿਆ ਤੇ ਮਨ ਮੰਨ ਗਿਆ, ਤੇ ਉਸ ਵੇਲੇ ਫਿਰ ਸੁਖ, ਆਤਮਿਕ ਸੁਖ ਪ੍ਰਾਪਤ ਹੋਏਗਾ। ਜੇ ਤੁਹਾਡਾ ਮਨ ਨਾ ਮੰਨਦਾ, ਗੁਰਦੁਆਰੇ ਕਿਵੇਂ ਆ ਜਾਂਦੇ? ਤੁਹਾਡਾ ਮਨ ਪਹਿਲਾਂ ਮੰਨੇ ਵੀ ਗੁਰਦੁਆਰੇ ਜਾਣਾ ਹੈ। ਇਹ ਤਾਂ ਐਸਾ ਅੜੀਅਲ ਘੋੜਾ ਹੈ, ਇਹਦਾ ਪਤਾ ਹੀ ਨਹੀਂ ਕਿੱਥੇ ਕੱਢ ਜਾਵੇ। ਇਹ ਤਾਂ ਇਸ ਤਰ੍ਹਾਂ ਦਾ ਘੋੜੇ ਯਾਰ ਮਨ ਦਾ ਕੋਈ ਬਹੁਤਾ ਫਰਕ ਨਹੀਂ। ਕਹਿੰਦੇ ਉਹ ਇੱਕ ਘੋੜੇ ਨੂੰ ਅੜੀ ਪੈ ਜਾਂਦੀ ਸੀ, ਇੱਕ ਦੂਸਰਾ ਹੋਰ ਘੋੜਾ ਉਹਨੂੰ ਅੜੀਅਲ ਘੋੜੇ ਨੂੰ ਦੇਖ ਕੇ ਅੜੀ ਪੈ ਜਾਂਦੀ ਸੀ। ਇਹ ਇਸ ਤਰ੍ਹਾਂ ਦਾ ਹੀ ਮਨ ਰੂਪੀ ਘੋੜਾ ਹੈ। ਇਹ ਇੱਕ ਦੂਜੇ ਨੂੰ ਦੇਖ ਕੇ ਢਿੱਲ ਕਰ ਲੈਂਦਾ। ਉਹ ਕਹਿੰਦਾ ਚੱਲ ਛੱਡ ਪਰਾਂ, ਰੋਜ਼ੇ ਜਾਣਾ ਗੁਰਦੁਆਰੇ, ਅੱਜ ਨਹੀਂ ਜਾਂਦੇ। ਢਿੱਲ ਵਾਲੇ ਨੂੰ ਦੇਖ ਕੇ ਉਹ ਵੀ ਅੜੀ ਉਹਦੇ 'ਚ ਪੈ ਗਈ, ਉਹਦੇ 'ਚ ਵੀ ਪੈ ਗਈ। ਤੋ ਇਸ ਕਰਕੇ ਹੈ ਬਈ ਜਿਹਦਾ ਮਨ, ਜੇ ਮਨ ਨਾ ਮੰਨੇ ਕੀਰਤਨ ਸੁਣਨ ਨੂੰ, ਉੱਠ ਕੇ ਚਲੇ ਜਾਊਗੇ। ਕਹਿੰਦੇ ਨੇ ਯਾਰ ਮੇਰਾ ਮਨ ਨਹੀਂ ਮੰਨਦਾ। ਮਨ ਮੰਨ ਗਿਆ ਟੈਲੀਵਿਜ਼ਨ ਦੇਖਣ ਨੂੰ, ਉੱਥੇ ਮੰਨ ਗਿਆ, ਉੱਥੇ 2.5 ਘੰਟੇ ਲੱਗ ਜਾਣ ਤਾਂ ਵੀ ਟਾਈਮ ਵੀ ਨਹੀਂ ਦੇਖਦਾ। ਤੇ ਇੱਥੇ ਮਨ ਮੰਨ ਨਹੀਂ ਰਿਹਾ ਹੈ ਕਿ ਕਥਾ ਸੁਣਨੇ ਆ, ਕਹਿੰਦੇ ਮੇਰਾ ਮਨ ਹੀ ਨਹੀਂ ਮੰਨਿਆ। ਕੀ ਕਰੋਗੇ? ਮਨ ਨੂੰ ਮਨਾਉਣਾ ਪੈਂਦਾ। ਇਹ ਨਹੀਂ ਮੰਨਦਾ ਹੁੰਦਾ ਆਪਣੇ ਆਪ। ਇਹ ਆਪਣੇ ਆਪ ਮੰਨਣ ਵਾਲੀ ਵਸਤੂ ਨਹੀਂ। ਇਹ ਤਾਂ ਜਿਸ ਤਰ੍ਹਾਂ ਛੋਟੇ ਬੱਚੇ ਨੂੰ ਇੰਡੀਆ 'ਚ ਤੁਸੀਂ ਇੱਥੇ ਨਾ ਇਹ ਕੰਮ ਕਰ ਬੈਠੇ, ਇੱਥੇ ਅੰਦਰ ਕਰਾ ਦੇਣਗੇ ਬੱਚੇ, ਉੱਥੇ ਨਿਆਣਿਆਂ ਨੂੰ ਜੇ ਕਿਤੇ ਇੱਧਰ ਉੱਧਰ ਇਲਤਾਂ ਕਰਦੇ ਆ ਤਾਂ ਉਹਨਾਂ ਨੂੰ ਥੋੜ੍ਹਾ ਜਿਹਾ ਫਿਰ ਤਾੜਨਾ ਕੀਤੀ ਜਾਂਦੀ। ਇਹ ਮਨ ਵੀ ਜੇ ਇੱਧਰ ਉੱਧਰ ਕਰ, ਮਨ ਕੁੱਟੇ ਤੋਂ ਜੰਮਤੇ ਛੋ, ਇਹਨੂੰ ਤਾਂ ਕੁੱਟਣਾ ਪੈਂਦਾ। ਇਹਦੇ ਨਾਲ ਤਾਂ ਲੜਨਾ ਪੈਂਦਾ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਤ, ਮਨ ਹੀ ਮੰਝ ਸਮਾਜ, ਇਹਦੇ ਨਾਲ ਤਾਂ ਝਗੜਾ ਕਰਨਾ ਪੈਂਦਾ। ਤੂੰ ਆਹ ਕਿਉਂ ਕੀਤਾ? ਉਹ ਤੂੰ ਇੱਧਰ ਨੂੰ ਕਿਉਂ ਗਿਆ? ਤੂੰ ਗੁਰੂ ਨਾਨਕ ਦਾ ਸਿੱਖ ਹੋ ਕੇ ਤੂੰ ਕਿੱਧਰੋਂ ਤੁਰਿਆ ਫਿਰਦਾ? ਕੀ ਕਰੇਗਾ ਤੂੰ? ਤੇਰਾ ਕੀ ਜਾਣਾ? ਤੂੰ ਮੈਨੂੰ ਫਸਾ ਦੇਣਾ। ਫਿਰ ਕੀ ਬਣੂਗਾ ਜਦੋਂ ਉੱਥੇ ਨਰਕਾਂ 'ਚ ਗੋਤੇ ਖਾਏਗਾ? ਇਹਨੂੰ ਤਾਂ ਸਮਝਾਉਣਾ ਪੈਂਦਾ ਹੈ, ਰਾਤ ਦਿਨ ਸਮਝਾਉਣਾ ਪੈਂਦਾ ਹੈ। ਪੈਰ ਪੈਰ ਤੇ ਗਲਤੀ ਕਰਦਾ, ਖਿੰਨ ਖਿੰਨ ਭੂਲਣ ਹਾਰ ਤਾਂ ਹੀ ਗਿਆ। ਇਹ ਤਾਂ ਗੁਰ ਸ਼ਬਦ ਦੀ ਇਹ ਮਨ ਹੋੜੀ ਹੈ। ਇਹ ਜਾਂਦੇ ਨੂੰ ਮੋੜਨਾ ਗੁਰੂ ਦੇ ਸ਼ਬਦ ਦੁਆਰਾ, ਉਹ ਤੋਂ ਬਿਨਾਂ ਮੁੜਦਾ ਨਹੀਂ ਹੈ। ਤੋ ਇਸ ਕਰਕੇ ਫਿਰ ਮਨ ਜਦੋਂ ਮੰਨ ਗਿਆ ਤਾਂ ਇਹ ਸੁੱਖ ਪ੍ਰਾਪਤ ਹੋ ਗਿਆ। ਸੁੱਖ ਸਰੂਪ ਵਾਹਿਗੁਰੂ ਹੈ, ਉਹਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਸੇਵ ਧਨ ਬਾਲੜੀਏ। ਬਾਲੜੀਏ ਦਾ ਇੱਕ ਤਾਂ ਅਰਥ ਹੈ ਬਾਲਕੀਏ, ਤੇ ਬਾਲਾ ਨਾਮ ਇਸਤਰੀ ਦਾ ਵੀ ਹੈ। ਇਹਦੇ ਵਿੱਚ ਬਾਲਕ ਅਵਸਥਾ ਇੜੀਏ ਵਾਲੀਏ, ਇੜੀਏ ਦਾ ਅਰਥ ਹੁੰਦਾ ਵਾਲੀਏ। ਇੱਥੋਂ ੜੀਏ ਤੋਂ ਆੜੀ ਸ਼ਬਦ ਬਣਿਆ, ਆੜਾ ਸ਼ਬਦ ਇੱਥੋਂ ਬਣਿਆ, ਪਿਆਰ ਵਾਲਾ। ਤੇ ਇਹ ਇਸ ਕਰਕੇ ਨਾ ਤੇ ਦੋ ਅਰਥ ਇਹਦੇ ਵਿੱਚ ਪਏ ਹੈ। ਕਹਿੰਦੇ ਜਾਂ ਫਿਰ ਦੂਸਰਾ ਅਰਥ ਹੈ ਇਸ ਦਾ ਤੇ ਜੋਬਨ ਅਵਸਥਾ ਵਾਲੀ ਹੈ, ਅਗਿਆਨ ਰੂਪ ਜੋਬਨ ਅਵਸਥਾ ਵਾਲੀ ਹੈ। ਅਗਿਆਨ ਦੀ ਅਵਸਥਾ ਤੇਰੇ ਕੋਲ, ਇਹੀ ਜਵਾਨੀ ਚੜੀ ਹੋਈ ਹੈ ਤੈਨੂੰ, ਜਿਹੜਾ ਅਗਿਆਨ ਹੈ। ਤੇ ਸਤਿਗੁਰ ਸੇਵ ਇਹ ਧਨ ਇਸਤਰੀਏ, ਜੇ ਤੂੰ ਸਤਿਗੁਰਾਂ ਦੀ ਸੇਵਾ ਕਰੇਂਗੀ, ਸਤਿਗੁਰਾਂ ਨੂੰ ਪ੍ਰਸੰਨ ਕਰੇਂਗੀ, क्योंकि सतगुर की सेवा सफल है। जे को करे चितला, जे चितला के करे सा सेवा की सफल है। ये तो सतगुर का मन मने, या सतगुर का मन मनिया तो पापक संभल पने, इं इशारे। तो इस करके फिर सतगुरां दी सेवा जग्यासु रूप धनी इस्त्रीए बालीए जे तू करेंगी, फिर हर वार पावै सोई राम। ਉਹੀ ਜਗਿਆਸੂ ਰੂਪ ਇਸਤਰੀ ਰਾਮ ਰਮੇ ਹੋਏ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੀ ਹੈ, ਸਾਖਸ਼ਾਤ ਕਰ ਲੈਂਦੀ ਹੈ, ਜਾਣੀ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਦਾ ਹੋਵੇ ਸੁਹਾਗਣੀ,
ਤੇ ਫਿਰ ਤੂੰ ਸਦਾ ਹੀ ਸੁਹਾਗਵੰਤੀ ਉਹ ਹੁੰਦੀ ਹੈ ਜਿਹੜੀ ਕਦੇ ਵਿਧਵਾ ਹੀ ਨਾ ਹੋਵੇ। ਸੰਸਾਰ ਦੀ ਐਸੀ ਔਰਤ ਹੈ ਨਹੀਂ ਕੋਈ ਜਿਹੜੀ ਕਦੇ ਵਿਧਵਾ ਨਾ ਹੋਵੇ। ਸੰਸਾਰ ਦੀਆਂ ਔਰਤਾਂ ਵਿਧਵਾ ਹੁੰਦੀਆਂ, ਪਰ ਇੱਕ ਅਕਾਲ ਪੁਰਖ ਹੈ, ਉਹ ਨਾ ਕਦੇ ਮਰਦਾ ਨਾ ਉਹਦੇ ਨਾਲ ਜੁੜੀ ਹੋਈ ਜਗਿਆਸੂ ਰੂਪੀ ਇਸਤਰੀ ਵਿਧਵਾ ਹੁੰਦੀ। ਇਹ ਸੰਸਾਰ ਦੇ ਪਤੀ ਤਾਂ ਛੱਡ ਵੀ ਦਿੰਦੇ ਆ, ਉਹ ਛੱਡਦਾ ਵੀ ਨਹੀਂ ਹੈ। ਬਸ ਇੱਕ ਵਾਰੀ ਪ੍ਰਾਪਤ ਹੋਵੇ ਸਖੀ ਬਸ ਆਇਆ ਫਿਰ ਛੋੜ ਨਾ ਜਾਏ। ਇਹ ਰੀਤ ਭਲੀ ਭਗਵੰਤ, ਇਹ ਤਾਂ ਉਹਦੀ ਰੀਤ ਹੈ ਸੀ। ਅਕਾਲ ਮੂਰਤ ਬਰ ਪਾਇਆ ਅਵਨਾਸੀ, ਨਾ ਕਦੇ ਮਰੇ ਨਾ ਜਾਇਆ। ਤੇ ਐਸਾ ਵਾਹਿਗੁਰੂ ਹੈ, ਸਦਾ ਹੋਵੇ ਸੁਹਾਗਣੀ, ਸੁਹਾਗਵੰਤੀ ਹੋ ਜਾएंगे, सदा सुहागण हो जाएंगे। फिर मैला वेश न होई राम। हे जिज्ञासु रूप स्त्री, तेरा वेश मैला नहीं होएगा। मैला किवें? यानी काम करो लोभ मोह हंकार दी मैल तेनू व्याप ही नहीं सकती जदों वाहिगुरू प्राप्त हो गया। ये विकार तेरे नेड़े नहीं आ सकते। रमे होए राम परमात्मा की जदों प्राप्ति हो गई। फिर मैला वेश न होई गुरमुख बूझे कोई। फिर मैला वेश न होई गुरमुख बूझे कोई। होई ते जमक अगे कोई ते विश्राम। फिर मैला वेश न होई गुरमुख बूझे कोई। फिर काम करो लोभ मोह हंकार दे नाल ये लिबास तेरा अंतश करन दा मैला नहीं होगा। पर कोई कोई है जिहड़ा मुखी गुरां द्वारा अपने आत्म स्वरूप नूं जान लैंदा है। मैं मार पछाणिया। आखे जी महाराज दी पहचान नहीं है, कहंदे भी सारे रमिया होया ते फिर पछाण नहीं है। मेले दे विच कोई ऐसा सज्जन है जिन्हों तुसीं शक्ल तां जाणदे नहीं, नाम जाणदे हो, ਲੱਭਦੇ ਫਿਰਦੇ, ਕਹਿੰਦੇ ਵੀ ਕਿਵੇਂ ਲੱਭੂਗਾ, ਮੈਨੂੰ ਸ਼ਕਲ ਦਾ ਤਾਂ ਪਤਾ ਨਹੀਂ ਉਹਦਾ। ਤੇ ਮਹਾਰਾਜ ਅਕਾਲ ਪੁਰਖ ਹੈ, ਕਹਿੰਦੇ ਹੈ ਸਾਰੀ ਜਗ੍ਹਾ, ਪਛਾਣ ਹੈ ਨਹੀਂ। ਕਹਿੰਦੇ ਵੀ ਏਕਣ ਨਹੀਂ ਪਛਾਣ ਹੋਣੀ। ਜਦੋਂ ਹਉਮੈ ਨੂੰ ਮਾਰ ਲਏਗਾ ਉਸੇ ਵੇਲੇ ਪ੍ਰਤੱਖ ਦਿਸਣ ਲੱਗ ਜਾਣਾ ਤੈਨੂੰ ਵੀ ਆ ਹੀ ਹੈ। ਸੋਈ ਫਿਰ ਕੇ ਤੂੰ ਕਹਿਆ ਜਾ ਕੋ ਕਹਿਤਾ ਔਰ ਤੇਰਾ ਸਰੂਪ ਹੈ। ਹਉਮੈ ਨੂੰ ਮਾਰਨੇ ਕਰਨਾ। ਹਉਮੈ ਕਰੀ ਤਾਂ ਤੂੰ ਨਾਹੀਂ, ਤੂੰ ਹੋਵੇਂ ਹੋ ਨਾਹੀਂ, ਬੁਝੋ ਗਿਆਨੀ ਬੁਝਣਾ ਇਕੱਠ ਕਥਾ। ਅੱਗੇ ਦੱਸਦੇ ਹਨ ਜੀ, ਕਰਨੀ ਕਾਰ ਕਮਾਵੈ ਸ਼ਬਦ ਸਮਾਵੈ। ਤੇ ਕਰਨੀ ਕਾਰ ਜਿਹੜੀ ਸ੍ਰੇਸ਼ਟ ਕਰਤਵ ਦੀ ਕਾਰ ਕਰਨੀ ਹੈ, ਜਿਹੜੀ ਭਗਤੀ ਰੂਪੀ ਕਾਰ ਕਰਨੀ ਹੈ, ਇਹਦੀ ਕਮਾਈ ਕਰਨੀ ਹੈ। ਤੇ ਫਿਰ ਉਹ ਸ਼ਬਦ ਦੇ ਵਿੱਚ ਸੁਰਤੀ ਦਾ ਸਮਾ ਜਾਣਾ, ਸ਼ਬਦ ਬ੍ਰਹਮ ਦੇ ਵਿੱਚ ਸਮਾ ਜਾਂਦੀ ਹੈ, ਗੁਰੂ ਦੇ ਸ਼ਬਦ ਉਪਦੇਸ਼ ਦੇ ਵਿੱਚ ਸਮਾ। ਫਿਰ ਗੁਰੂ ਦੇ ਪ੍ਰਤਾਪ ਨਾਲ ਅੰਤਰ ਵੇਖੋ ਜਾਣਿਆ, ਅੰਤਰ ਏਕੋ ਜਾਣਿਆ। ਤੇ ਫਿਰ ਅੰਦਰ ਇੱਕ ਅਖੰਡ ਸਰੂਪ ਵਾਹਿਗੁਰੂ ਹੈ, ਅੰਦਰ ਹੀ ਹੈ। ਤੁਹਾਡੇ ਵੀ ਮੇਰੇ ਵੀ ਸਭਨਾਂ ਦੇ ਅੰਦਰ ਹੈ, ਪਰ ਪ੍ਰਤੱਖ ਥੋੜੀ ਹੈ। ਹੁਣ ਧਰਤੀ ਜਿੱਥੇ ਆਪਾਂ ਬੈਠੇ ਹਾਂ, ਪਾਣੀ ਤਾਂ ਇੱਥੇ ਵੀ ਹੈਗਾ। ਜੇ ਪਿਆਸ ਲੱਗੇ ਇੱਥੋਂ ਉੱਠ ਕੇ ਜਾਣਾ ਪਊਗਾ, ਪ੍ਰਗਟ ਨਹੀਂ ਹੈ। ਇਹ ਵੀ ਨਹੀਂ ਕਹਿ ਸਕਦੇ ਪਾਣੀ ਹੈ ਨਹੀਂ ਇੱਥੇ, ਪਰ ਇਹ ਵੀ ਨਹੀਂ ਕਹਿ ਸਕਦੇ ਵੀ ਉਹਦੀ ਪ੍ਰਾਪਤੀ ਹੈ। ਹੁੰਦਿਆਂ ਹੋਇਆਂ ਵੀ ਪ੍ਰਾਪਤੀ ਨਹੀਂ ਹੈ। ਜਿੱਥੇ ਪ੍ਰਗਟ ਹੈ ਉੱਥੇ ਪਿਆਸ ਬੁਝਾਏਗਾ, ਅਨੰਤ ਕਾਰਜ ਹੋਣਗੇ। ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਜਿੱਥੇ ਹਿਰਦੇ ਦੇ ਵਿੱਚ ਪ੍ਰਗਟ ਹੋਇਆ ਹੈ, ਉੱਥੇ ਸਾਰੇ ਕਾਰਜ ਸੌਰਦੇ ਹੈ। ਸਤਿਗੁਰੂ ਦੇ ਹਿਰਦੇ 'ਚ ਪ੍ਰਗਟ ਹੈ, ਸਾਡੇ ਹਿਰਦੇ 'ਚ ਹੈ ਤੇ ਗੁਪਤ ਹੈ। ਤੂੰ ਹਿਰਦੇ ਗੁਪਤ ਬਸੈ ਦਿਨ ਰਾਤੀ, ਤੇਰਾ ਭਾਵ ਨਾ ਬੂਝੇ ਇੱਕ ਵਾਰੀ, ਅਸੀਂ ਉਹਨਾਂ ਚੋਂ। ਤੇ ਸਤਿਗੁਰੂ ਦੇ ਹਿਰਦੇ 'ਚੋਂ ਪ੍ਰਤੱਖ ਹੋ ਗਏ। ਇਸ ਕਰਕੇ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਜਿਹੜਾ ਹੈ, ਤੇ ਉਹ ਫਿਰ ਅੰਤਰ ਹਿਰਦੇ ਦੇ ਵਿੱਚ ਅੰਤਰੇ ਭੇਦ ਤੋਂ ਰਹਿਤ ਇੱਕ ਅਖੰਡ ਸਰੂਪ ਨੂੰ ਜਾਣਿਆ ਹੈ ਜਿਗਿਆਸੂ ਨੇ। ਗੁਰਮੁਖ ਪ੍ਰਭ ਰਾਵੇ ਦਿਨ ਰਾਤੀ। ਤੇ ਗੁਰਮੁਖ ਜਿਹੜੇ ਨੇ ਉਹ ਪ੍ਰਭੂ ਦੇ ਆਨੰਦ ਨੂੰ ਮਾਣਦੇ ਆ ਦਿਨ ਰਾਤੀ। ਆਪਣਾ ਸਾਚੀ ਸੋਭਾ ਹੋਈ। ਤੇ ਇਸ ਕਰਕੇ ਫਿਰ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ, ਤੇ ਆਪਣੇ ਪ੍ਰਭੂ ਦੇ ਦਿਨ ਰਾਤ ਆਨੰਦ ਨੂੰ ਮਾਣਦੇ। ਸਾਚੀ ਸੋਭਾ ਹੋਈ, ਉਹਨਾਂ ਦੀ ਸੋਭਾ ਜਿਹੜੀ ਹੈ ਵਡਿਆਈ ਸੱਚੀ ਹੈ। ਨਾਨਕ ਕਾਮਣ ਫਿਰ ਰਾਵੇ ਆਪਣਾ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਆਪਣੇ ਫਿਰ ਪਤੀ ਦੇ ਆਨੰਦ ਨੂੰ ਰਾਵੇ। ਜਿਗਿਆਸੂ ਰੂਪੀ ਇਸਤਰੀ ਮਾਣਦੀ ਹੈ
ਆਨੰਦ ਮਾਣਦੀ ਹੈ। ਰਵ ਰਿਆ ਪ੍ਰਭ ਸੋਈ, ਸੋਈ ਉਹ ਪਰਮੇਸ਼ਰ ਵਾਹਿਗੁਰੂ ਪ੍ਰਭੂ ਸਾਰੀ ਜਗ੍ਹਾ ਮਿਲ ਰਿਹਾ ਹੈ, ਵਿਆਪਕ ਹੈ। ਗੁਰ ਕੇ ਕਾਰ ਕਰੇ ਧਨ ਬਾਲੜੀਏ, ਗੁਰੂ ਦੀ ਕਾਰ ਜਣੀ ਜਿਹੜੀ ਸੇਵਾ ਹੈ, ਜੋ ਧਨ ਇਸਤਰੀ ਉਹ ਬਾਲੜੀਏ, ਬਾਲਕ ਅਵਸਥਾ ਵਾਲੀ ਅਰਥ ਹੋਈ ਹੈ ਜਿਹੜਾ ਪਹਿਲਾਂ ਹੋਇਆ, ਅਗਿਆਤ ਬੇਸਮਝ, ਜਾਂ ਫਿਰ ਦੂਸਰਾ ਅਰਥ ਹੈ ਸ਼ੌਕ ਅਵਸਥਾ ਵਾਲੀ ਹੈ। ਜਗਾ ਸਰੂਪ ਜਿਹੜੀ ਸ਼ੌਕ ਅਵਸਥਾ ਹੈ, ਇਹ ਵੀ ਜੋਬਨ ਅਵਸਥਾ ਹੈ। ਗੁਰ ਕੀ ਕਾਰ ਕਰੇ, ਭਗਤੀ ਰੂਪੀ ਕਾਰ ਕਰਨਾ ਕਰੇ। ਹਰ ਵਰ ਦੇ ਮਿਲਾਏ, ਜੇ ਸਤਿਗੁਰੂ ਦੀ ਇਹ ਕਾਰ ਕਰੇਗੀ, ਫਿਰ ਹਰੀ ਪਰਮੇਸ਼ਰ ਵਾਹਿਗੁਰੂ ਜੋ ਬਰਪਤੀ ਵਾਹਿਗੁਰੂ ਹੈ, ਉਹ ਤੈਨੂੰ ਗੁਰੂ ਮਿਲਾਏ। ਗੁਰੂ ਨਾਨਕ ਕਿਰਪਾ ਕਰਕੇ ਪ੍ਰਤੱਖ ਕਰ ਦੇਣਗੇ। ਹਰ ਵਰ ਦੇ ਮਿਲਾਏ ਰਾਮ, ਰਾਮ ਰਮੇ ਹੋਏ ਪਰਮੇਸ਼ਰ ਨੂੰ ਫਿਰ ਸਤਿਗੁਰੂ ਜੀ ਮਿਲਾ ਦੇਣਗੇ। ਬਰਪਤੀ ਦਾ ਨਾਮ ਹੈ, ਤੇ ਇਸ ਪ੍ਰਕਾਰ ਮਿਲਾਉਣਗੇ, ਆਪਣੇ ਆਪ ਨਹੀਂ ਮਿਲਿਆ ਜਾਂਦਾ, ਸਤਿਗੁਰੂ ਮਿਲਾਉਣਗੇ। ਹਰ ਕੇ ਰੰਗ ਰਤੀ ਹੈ ਕਾਮਣ, ਹਰੀ ਪਰਮੇਸ਼ਰ ਦੇ ਰੰਗ ਪ੍ਰੇਮ ਦੇ ਵਿੱਚ ਜਿਹੜੀ ਭਿੱਜੀ ਹੋਈ ਹੈ ਕਾਮਣੀ ਇਸਤਰੀ ਜਿਗਿਆਸੂ ਰੂਪ। ਹਾਂਜੀ, ਮਿਲ ਪ੍ਰੀਤਮ ਸੁਖ ਪਾਏ ਰਾਮ, ਉਹ ਆਪਣੀ ਪ੍ਰੀਤਮ ਨੂੰ ਮਿਲ ਕੇ ਸੁਖ ਨੂੰ ਪ੍ਰਾਪਤ ਕਰ ਲੈਂਦੀ, ਪ੍ਰੇਮ ਪ੍ਰੀਤ ਦੇ ਅਸਪਦ ਰੂਪ ਪ੍ਰੀਤਮ ਨੂੰ ਪਾ ਲੈਂਦੀ ਹੈ। ਰਾਮ ਰਮੇ ਹੋਏ ਪ੍ਰਮਾਤਮਾ ਦੇ ਰੂਪ ਨੂੰ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ, ਪ੍ਰੀਤਮ ਨੂੰ ਮਿਲ ਕੇ ਆਪਣੇ ਅਕਾਲ ਪੁਰਖ ਨੂੰ ਸੁਖ ਪ੍ਰਾਪਤ ਕਰਦੀ ਹੈ। ਫਿਰ ਸੱਚ ਦੇ ਵਿੱਚ ਅਭੇਦ ਹੋ ਜਾਂਦੀ ਹੈ। ਸੱਚ ਵਰਤੈ ਸਭ ਥਾਈ, ਸੱਚ ਕੀ ਹੈ? ਵਾਹਿਗੁਰੂ ਅਕਾਲ ਪੁਰਖ। ਉਹ ਕਿੱਥੇ ਆ? ਕਹਿੰਦੇ ਸਾਰੀਆਂ ਥਾਈਂ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈ। ਉਹ ਸਾਰੀ ਜਗ੍ਹਾ ਵਰਤ ਰਿਹਾ, ਸਾਰੀਆਂ ਥਾਵਾਂ ਤੇ ਵਰਤ ਬਤਾਵੇ, ਵਿਆਪਕ ਰੂਪ ਹੋ ਕਰਕੇ। ਸੱਚਾ ਸ਼ਿੰਗਾਰ ਕਰੇ ਦਿਨ ਰਾਤੀ, ਉਹ ਸੱਚ, ਇੱਕ ਝੂਠੇ ਸ਼ਿੰਗਾਰ ਹੁੰਦੇ ਆ, ਇੱਕ ਸੱਚੇ ਹੁੰਦੇ ਆ ਜੀ। ਝੂਠੇ ਸ਼ਿੰਗਾਰ ਕੀ ਹੈ? ਜਿਵੇਂ ਬੁੱਲਾਂ ਨੂੰ ਰੰਗ ਲਾ ਲਿਆ, ਜਾਂ ਫਿਰ ਗਲ ਦੇ ਵਿੱਚ ਹਾਰ ਪਾ ਲਿਆ, ਕਾਂਟੇ ਕੁੰਟੇ ਪਾ ਲਏ, ਮੱਥਾ, ਇਹ ਸਭ ਇਹ ਦਿਖਾਵੇ ਵਾਲਾ ਜਿਹੜਾ ਨਾ, ਇਹ ਸ਼ਿੰਗਾਰ ਸੱਚਾ ਨਹੀਂ। ਕਿਉਂ? ਸਰੀਰ ਸੱਚਾ ਨਹੀਂ, ਸਰੀਰ ਮਿਥਿਆ, ਸ਼ਿੰਗਾਰ ਵੀ ਮਿਥਿਆ। ਸੱਚਾ ਸ਼ਿੰਗਾਰ ਕੀ ਹੈ? ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ। ਇਹ ਗੁਰਸਿੱਖ ਬੱਚਿਆਂ ਨੂੰ ਵਿਸ਼ੇਸ਼ ਕਰਕੇ ਸੁਣ ਲੈਣਾ ਚਾਹੀਦਾ ਹੈ ਕਿ ਤੁਹਾਨੂੰ ਗਹਿਣੇ ਕਿਹੜੇ ਦਿੱਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ? ਸਤ ਸੱਚ ਬੋਲਣਾ, ਸਤ ਪ੍ਰਤੱਗੀ ਰਹਿਣਾ, ਸੰਤੋਖ ਦੇ ਵਿੱਚ ਰਹਿਣਾ, ਸਤ ਸੰਤੋਖ ਦਇਆ, ਜੀਵਾਂ ਦੇ ਦਇਆ ਕਰਨੀ, ਧਰਮ ਦੇ ਵਿੱਚ ਪੱਕੇ ਰਹਿਣਾ। ਇਹ ਨੇ ਗਹਿਣੇ ਜਿਹੜੇ ਪਰਲੋਕ ਨੂੰ ਨਾਲ ਜਾਣਗੇ। ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ, ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਪਾਵੋ। ਹੇ ਸੁਹਾਗਮੰਤਿਓ, ਤੁਸੀਂ ਸਫਲ ਹੋ ਜਾਓਗੇ, ਪ੍ਰਭੂ ਨੂੰ ਪਾ ਜਾਓਗੇ। ਇਹ ਸ਼ਿੰਗਾਰ ਜਿਹੜਾ ਹੈ, ਇਹ ਸ਼ਿੰਗਾਰ ਸੁਹੱਪਣ ਸਮੱਗਰੀ ਨੂੰ ਕਹਿੰਦੇ ਆ ਜੀ। ਜੇ ਇਹਨੂੰ ਥੋੜਾ ਜਿਹਾ ਵਿਚਾਰ ਕੇ ਦੇਖੋ, ਤੇ ਮੈਂ ਇਹਦੇ ਵਰਗੇ 4 ਅੱਖਰ ਕੁਛ ਲਿਖੇ ਸੀ, ਬਹੁਤ ਪੁਰਾਣੀ ਗੱਲ ਹੈ। ਇਹ ਸ਼ਿੰਗਾਰ ਦਾ ਜਨਮ ਕਦੋਂ ਹੋਇਆ? ਯਾਨੀ ਸੁਹੱਪਣ ਕਰਨ ਦੀ ਆਦਤ ਔਰਤ ਨੂੰ ਕਦ ਤੋਂ ਪਈ? ਕੀ ਹੋਇਆ ਹੈ? ਇਹਦਾ ਭਾਵੇਂ ਕੋਈ ਤਾਰੀਖ ਤਾਂ ਨਹੀਂ ਮਿਲਦੀ ਹੈ, ਪਰ ਆਦਿ ਕਾਲ ਦੇ ਸਮੇਂ ਦੇ ਅੰਦਰ ਜਿੱਥੇ ਔਰਤ ਸ਼ਿੰਗਾਰ ਕਰਨ ਦੀ ਆਦਤ ਧਾਰਨ ਕਰਦੀ ਹੈ, ਇਹਦੇ ਪਿੱਛੇ ਇੱਕ ਬੜੀ ਗੱਲ। ਉਹ ਗੱਲ ਕੀ ਹੈ? ਔਰਤ ਹਮੇਸ਼ਾ ਉਹਦੇ ਮਨ ਦੇ ਵਿੱਚ ਤਮੰਨਾ ਬਣੀ ਰਹਿੰਦੀ ਹੈ ਵੀ ਮੇਰਾ ਪਤੀ ਮੇਰੇ ਤੇ ਪ੍ਰਸੰਨ ਰਹੇ, ਖੁਸ਼ ਰਹੇ। ਉਹ ਖੁਸ਼ੀ ਲੈਣ ਵਾਸਤੇ, ਪ੍ਰਸੰਨਤਾ ਲੈਣ ਵਾਸਤੇ ਵੀ ਸਹੁਰੇ ਘਰ ਦੇ ਵਿੱਚ ਮੈਂ ਪ੍ਰਮਾਣਿਤ ਹੋ ਜਾ। ਇਸ ਤਰ੍ਹਾਂ ਦੇ ਜਿਹੜੀਆਂ ਸੁੰਦਰ ਚਿਹਰੇ ਵਾਲੀਆਂ ਔਰਤਾਂ, ਉਹਨਾਂ ਤੋਂ ਕੋਈ ਦਿੱਕਤ ਨਹੀਂ ਸੀ। ਰੂਪੇ ਕਾਮੇ ਦੋਸਤੀ ਹੈ, ਤੇ ਚਮੜੇ ਦੇ ਵਪਾਰੀ ਲੋਕ ਉਹ ਖੁਸ਼ ਰਹਿੰਦੇ ਹੈ। ਤੇ ਪਰ ਜਿਹੜਿਆਂ ਨੂੰ ਕੁਦਰਤੀ ਤੌਰ ਤੇ ਕੋਝਾ ਰੂਪ ਮਿਲਿਆ ਹੋਇਆ, ਸੁੰਦਰ ਚਿਹਰਾ ਨਹੀਂ ਹੈ, ਤੇ ਉਹਨਾਂ ਨੇ ਫਿਰ ਆਪਣੇ ਆਪ ਨੂੰ ਸੁੰਦਰ ਬਣਾਉਣ ਵਾਸਤੇ ਨਾ ਇਹ ਨਕਲੀ ਸ਼ਿੰਗਾਰ ਨੇ ਜਨਮ ਲਿਆ। ਇਹਦੇ ਪਿੱਛੇ ਭਾਵਨਾ ਗਲਤ ਨਹੀਂ ਸੀ, ਭਾਵਨਾ ਦਰੁਸਤ ਸੀ। ਪੁਰਾਣੇ ਸਮੇਂ 'ਚ ਔਰਤ ਸ਼ਿੰਗਾਰ ਕਰਦੀ ਸੀ ਪਤੀ ਨੂੰ ਪ੍ਰਸੰਨ ਕਰਨ ਵਾਸਤੇ।
ਕਦੋਂ ਕਰਦੀ ਸੀ? ਜੇ ਪਤੀ ਪ੍ਰਦੇਸ਼ ਚਲਿਆ ਗਿਆ ਗਹਿਣੇ ਲਾ ਦੇਣੇ। ਜੇ ਪੁੱਛਿਆ ਵੀ ਗਹਿਣੇ ਲਾ, ਹੁਣ ਦੇਖਣ ਵਾਲਾ ਇੱਥੇ ਹੈ ਨਹੀਂ, ਬਾਕੀ ਦਾ ਸੰਸਾਰ ਹੈਗਾ ਸੀ ਨਾ। ਉਹਦਾ ਮਤਲਬ ਕਿਸੇ ਵੀ ਪਤੀ ਹੈ ਨਹੀਂ ਮੇਰਾ ਘਰ। ਤੇ ਜਿਸ ਵੇਲੇ ਪਤੀ ਨੇ ਆਉਣਾ ਤੇ ਪਹਿਲਾਂ ਫਿਰ ਸ਼ਿੰਗਾਰ ਕਰਨਾ। ਉਹ ਮਤਲਬ ਕੀ ਸੀ? ਭਾਵਨਾ ਸੀ ਵੀ ਪਤੀ ਪ੍ਰਸੰਨ ਹੈ। ਤੇ ਹੁਣ ਅੱਜ ਦੀ ਔਰਤ ਸ਼ਿੰਗਾਰ ਕਦੋਂ ਕਰਦੀ ਹੈ? ਜਦੋਂ ਘਰ ਤੋਂ ਬਾਹਰ ਜਾਣਾ ਹੋਵੇ। ਇਹਦਾ ਅਰਥ ਕੀ ਬਣਿਆ? ਲੋਕਾਂ ਨੂੰ ਮੋਹਿਤ ਕਰਨਾ। ਇਹ ਗੁਰੂ ਨਾਨਕ ਦੇ ਘਰ ਦੇ ਕੋਈ ਪ੍ਰਮਾਣਿਤ ਨਹੀਂ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਦੇ ਘਰ ਦੇ ਵਿੱਚ ਤਾਂ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ ਸਫਲ ਸੁਹਾਗਣ ਨਾਨਕ ਆਪਣੇ ਪ੍ਰਭੂ। ਇਹਦੇ ਵਿੱਚ ਤਾਂ ਮਹਾਰਾਜ ਸਾਹਿਬ ਨੇ ਮਨ ਮੋਤੀ ਜੇ ਗਹਿਣਾ ਹੋਵੇ ਤੇ ਇਹ ਸਾਰਾ ਹੀ ਸ਼ਬਦ ਸ਼ਿੰਗਾਰ ਤੇ ਲਾ ਦਿੱਤਾ। ਪਾਉਣ ਹੋਵੇ ਸੂ ਧਾਰੀ ਖਿਮਾ ਸ਼ਿੰਗਾਰ ਕਾਮਣ ਤਨ ਪਹਿਰੈ ਹੋਵੇ ਲਾਲ ਪਿਆਰੀ ਕਾਮਣ ਬਹੁੜੋਂ ਕੋਈ ਅਵਰ ਨਾ ਸੋਈ ਅਬਰਿਕ। ਇਸ ਤਰ੍ਹਾਂ ਸਾਰਾ ਸ਼ਬਦ ਹੈ। ਇਉਂ ਫਿਰ ਸੱਚਾ ਸ਼ਿੰਗਾਰ ਕਿਹੜਾ ਹੈ? ਗੁਣਾਂ ਦਾ। ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ। ਤੇ ਇਸ ਪ੍ਰਕਾਰ ਦਾ ਕਿਹਾ ਸੱਚਾ ਸ਼ਿੰਗਾਰ ਦਿਨ ਰਾਤ ਕਰੇ। ਕੌਣ ਹਟਾਉਣ ਵਾਲਾ ਹੈ? ਸਤ ਸੰਤੋਖ ਨੂੰ ਦਿਨ ਰਾਤ ਧਾਰਨ ਕਰੇ। ਕੋਈ ਇਹ ਕਹੇ ਥੋੜੀ ਕਹਿਤਾ ਵੀ ਤੂੰ ਦਿਨੇ ਸੰਤੋਖ ਕਿਉਂ ਧਾਰਨ ਕੀਤਾ ਹੈ ਰਾਤ? ਇਹ ਤਾਂ ਹਰ ਵਾਰ ਧਾਰਨ ਕਰਨ ਵਾਲੀ ਬਾਤ ਹੈ। ਅੱਗੇ ਦੱਸਦੇ ਹਨ ਜੀ, ਕਾਮਣ ਸੱਚ ਸਮਾਈ। ਉਹ ਕਾਮਣ ਸੱਚ ਸਰੂਪ ਵਾਹਿਗੁਰੂ ਵਿੱਚ ਸਮਾ ਜਾਂਦੀ ਹੈ। ਜਗਾਸੂ ਰੂਪ ਇਸਤਰੀ ਹਰ ਸੁਖ ਦਾਤਾ ਸ਼ਬਦ ਪਛਾਤਾ। ਹਰੀ ਵਾਹਿਗੁਰੂ ਸੁਖਾਂ ਦਾ ਦਾਤਾ ਹੈ। ਉਹਨੂੰ ਪਛਾਣਿਆ ਕਿਵੇਂ ਜਾਂਦਾ ਹੈ? ਗੁਰੂ ਦੇ ਉਪਦੇਸ਼ ਦੁਆਰਾ ਪਛਾਤਾ ਪਛਾਣਿਆ ਜਾਂਦਾ ਹੈ। ਕਾਮਣ ਲਿਆ ਕੰਠ ਲਾਏ। ਤੇ ਕਾਮਣ ਜਗਿਆਸੂ ਰੂਪ ਔਰਤ ਨੂੰ ਅਭੇਦਤਾ ਦਾ ਕੰਠ ਹੈ ਜੀ। ਇਹ ਅਭੇਦ ਨਿਸ਼ਚੇ ਦੁਆਰਾ ਅਭੇਦ ਨਿਸ਼ਚੇ ਦਾ ਕੰਠ ਦੇ ਦਿੱਤਾ ਹੈ। ਇਹਨੂੰ ਕੰਠ ਲਾਇਆ ਹੈ। ਨਾਨਕ ਮਹਿਲੀ ਮੈਲ ਪਛਾਣੈ। ਤੇ ਮਹਿਲੀ ਹੋ ਗਏ ਜਗਿਆਸੂ। ਨਾਨਕ ਮਹਿਲੀ ਮਹਲ ਪਛਾਣੈ। ਉਹ ਮਹਲ ਹੈ ਸਰੂਪ ਦਾ ਨਾਮ। ਅਕਾਲ ਪੁਰਖ ਦੇ ਸਰੂਪ ਨੂੰ ਪਛਾਣ ਲੈਂਦੀ ਹੈ ਜਗਿਆਸੂ ਰੂਪ ਔਰਤ। ਗੁਰਮਤਿ ਹਰ ਪਾਏ। ਜਿਹੜੇ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰ ਲੈ ਉਹਦੇ ਦੁਆਰਾ ਵਾਹਿਗੁਰੂ ਦੀ ਪ੍ਰਾਪਤ ਹੁੰਦੀ ਹੈ। ਸਾਤਨ ਬਾਲੀ ਧੁਰ ਮੇਲੀ। ਤੇ ਸਾ ਧਨ ਉਹ ਧਨ ਇਸਤਰੀ ਤੇ ਜਿਹੜੀ ਹੈ ਇਹ ਬਾਲੀ ਨਾਮ ਇਸਤਰੀ ਦਾ ਧਨ ਨਾਮ ਇਸਤਰੀ। ਪਰ ਸਾ ਧਨ ਬਾਲੀ ਪੜ੍ਹ ਦੋ। ਸਾ ਧਨ ਬਾਲੀ ਧੁਰ ਮੇਲੀ। ਤੇ ਉਹ ਧੁਰਾਂ ਤੋਂ ਮੇਲੀ ਹੈ। ਸਾ ਧਨ ਬਾਲੀ ਧੁਰ ਮੇਲੀ। ਜਾਂ ਸਾ ਉਹ ਨਾਮ ਧਨ ਵਾਲੀ ਜਗਿਆਸੂ ਰੂਪ ਇਸਤਰੀ। ਧੁਰਾਂ ਤੋਂ ਵਾਹਿਗੁਰੂ ਨੇ ਆਪਣੇ ਨਾਲ ਮੇਲ ਲਈ ਹੈ। ਹਾਂਜੀ ਪੜ੍ਹ ਦੋ। ਮੇਰੇ ਪ੍ਰਭ ਆਪ ਮਿਲਾਈ ਰਾਮ। ਮੇਰੇ ਪ੍ਰਭੂ ਰਾਮ ਰਮੇ ਹੋਏ ਪ੍ਰਮਾਤਮਾ ਨੇ ਆਪਣੇ ਨਾਲ ਮਿਲਾ ਲਈ ਹੈ। ਗੁਰਮਤਿ ਕੜ ਚਾਨਣ ਹੋਆ। ਤੇ ਹਿਰਦੇ ਦੇ ਵਿੱਚ ਆਪਾਂ ਜਿੰਨੇ ਵੀ ਆ ਅਗਿਆਨਤਾ ਦਾ ਹਨੇਰਾ ਹੈ ਆਪਣੇ ਹਿਰਦੇ ਚ, ਚਾਨਣਾ ਨਹੀਂ ਹੈ। ਤੇ ਅੰਦਰ ਅੰਧੇਰੇ ਦੇ ਵਿੱਚ ਹੱਥ ਮਾਰਦੇ ਫਿਰਦੇ ਆ। ਕਿਤੇ ਥੋੜਾ ਜਿਹਾ ਵੀ ਤਨਕ ਮਾਤਰ ਵੀ ਸੋਚ ਕੇ ਦੇਖੋ ਵੀ ਆਪਣੇ ਆਪ ਤੇ ਸਵਾਲ ਕਰਨ ਵਾਲੇ ਨੇ ਤਿੰਨ ਚਾਰ। ਤੁਸੀਂ ਆਪਣੇ ਆਪ ਤੇ ਸਵਾਲ ਕਰੋ ਵੀ ਆਹ ਜਿਹੜਾ ਮੈਨੂੰ ਸਰੀਰ ਮਿਲਿਆ ਹੋਇਆ ਹੈ, ਮੈਂ ਇਹਦੇ ਵਿੱਚ ਰਹਿ ਰਿਹਾ, ਵੀ ਇਹ ਸਰੀਰ ਮਿਲਣ ਤੋਂ ਪਹਿਲਾਂ ਵੀ ਮੈਂ ਸੀ ਕਿੱਥੇ ਸੀ? ਤਾਂ ਜਵਾਬ ਕੀ ਹੋਊਗਾ? ਇਹ ਪਤਾ ਨਹੀਂ। ਇਹ ਤੋਂ ਬਾਅਦ ਤਾਂ ਕੋਈ ਜਵਾਬ ਨਹੀਂ ਹੋਣਾ। ਹੁਣ ਇਹਨੂੰ ਪੁੱਛੋ ਜੀਵ ਆਤਮਾ ਨੂੰ ਵੀ ਭਲਿਆ ਮਾਨਸਾ ਸਰੀਰ ਛੱਡ ਕੇ ਤਾਂ ਜਾਣਾ ਕਿੱਥੇ ਹੈ? ਕਹੂਗਾ ਵੀ ਇਹ ਪਤਾ ਨਹੀਂ ਮੈਂ ਕਿੱਥੇ ਜਾਣਾ। ਤੇ ਫਿਰ ਜਿਹੜੇ ਬੰਦੇ ਨੂੰ ਨਾ ਤਾਂ ਇਹ ਪਤਾ ਹੋਵੇ ਮੈਂ ਆਇਆ ਕਿੱਥੋਂ ਹਾਂ, ਨਾ ਪਤਾ ਹੋਵੇ ਮੈਂ ਜਾਣਾ ਕਿੱਥੇ ਹਾਂ, ਸਹੀ ਮਾਨੇ ਚ ਕਹਾਂਗੇ ਕੀ ਉਹਨੂੰ ਪਾਗਲ ਕਹਾਂਗੇ। ਪਾਗਲ ਹੋਰ ਕੌਣ ਹੈ? ਕਿਸੇ ਬੰਦੇ ਨੂੰ ਛੱਡ ਕੇ ਤੇ ਤੁਰੇ ਫਿਰਦੇ ਨੂੰ ਪੁੱਛੋ ਤੇਰਾ ਘਰ ਕਿੱਥੇ ਹੈ? ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ। ਤੂੰ ਜਾਣਾ ਕਿੱਥੇ ਹੈ? ਮੈਨੂੰ ਪਤਾ ਨਹੀਂ। ਛੱਡੋ ਪਰ ਇਹਦੇ ਨਾਲ ਗੱਲ ਕੀ ਕਰਨੀ? ਤਾਂ ਪਾਗਲ। ਤੇ ਸੜਕਾਂ ਦੇ ਕਾਹਨੂੰ ਪਾਗਲ ਲੱਭਣਾ? ਆਪਣੇ ਆਪ ਨੂੰ ਲੱਭ ਲਓ। ਜਦੋਂ ਉਹ ਪਾਗਲ ਵਾਲੇ ਸਾਡੇ 'ਚ ਗੁਣ ਪਾਏ ਜਾਂਦੇ ਨੇ, ਤੈਨੂੰ ਅਕਲ ਵਾਲਾ ਕੌਣ? ਤੂੰ ਤੁਰਦਾ ਆਕੜ ਆਕੜ ਕੇ ਵੀ ਮੇਰੇ ਵਰਗਾ ਅਕਲ ਵਾਲਾ ਕੋਈ ਨਹੀਂ, ਤਾਂ ਤੂੰ ਤਾਂ ਬੇਅਕਲ ਸਾਬਤ ਹੋ ਰਿਹਾ। ਤੂੰ ਤਾਂ ਇੱਕ ਅੱਬਲ ਦਰਜੇ ਦਾ ਪਾਗਲ ਸਾਬਤ ਹੋ ਰਿਹਾ।
ਬਾਵਰਿਆ ਸੰਸਾਰਾ ਤਾਂ ਹੀ ਕਿਹਾ ਕਬੀਰ ਸਾਹਿਬ, ਚੱਲਿਆ ਪਾਗਲਾ। ਉਹ ਕਹਿ ਕੇ ਦੇਖੋ ਇੱਕ ਦੂਜੇ ਨੂੰ ਜੇ ਕਲੇਸ਼ ਨਾ ਸ਼ੁਰੂ ਹੋ ਜਾਵੇ। ਅਸਲ ਮਾਨੇ ਚ ਪਾਗਲ ਹੈ, ਪਾਗਲਪਣ ਹੀ ਤਾਂ ਕਰ ਰਹੇ ਹਾਂ। ਸਭ ਦਾ ਦਿਮਾਗ ਲਿਆ ਸਾਡਾ, ਤੇ ਕਿਸੇ ਕਿਸੇ ਦਾ ਕਰੋੜਾਂ ਚ ਇੱਕ ਤਾਂ ਦਿਮਾਗ ਠੀਕ ਹੈ। ਕੋਟਨ ਮੈਂ ਨਾਨਕ ਕੋ ਨਾਰਾਇਣ ਵਿਆਚੀ, ਉਹਦਾ ਦਿਮਾਗ ਠੀਕ ਹੋ ਗਿਆ। ਜਿਹਦਾ ਦਿਮਾਗ ਖਰਾਬ ਹੋ ਜਾਵੇ ਇਲਾਜ ਕਰਾ ਲੈਣਾ ਚਾਹੀਦਾ ਹੈ। ਦਿਮਾਗ ਅਰ ਹੈਰਾਨੀ ਦੀ ਬਾਤ ਹੈ, ਜਿਹੜਾ ਪਾਗਲ ਹੋਵੇ ਦੂਜੇ ਨੂੰ ਪਾਗਲ ਸਮਝਦਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇਣਾ। ਸਰਦਾਰ ਪ੍ਰਤਾਪ ਸਿੰਘ ਕੈਰੋਂ ਉਸ ਵੇਲੇ ਪੰਜਾਬ ਦਾ ਚੀਫ ਮਿਨਿਸਟਰ ਸੀ। ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਸੀ ਨਹਿਰੂ। ਤੇ ਸਾਡੇ ਪੰਜਾਬ ਦੇ ਵਿੱਚ ਪਾਗਲਾਂ ਦਾ ਇੱਕ ਹਸਪਤਾਲ ਅੰਮ੍ਰਿਤਸਰ ਬਣਿਆ ਸੀ। ਹੁਣ ਤਾਂ ਚਲੋ ਕਈ ਜਗ੍ਹਾ ਹੈਗੇ ਇਲਾਜ ਹੁੰਦੇ, ਪਰ ਉੱਥੇ ਪਾਗਲਾਂ ਦਾ ਇਲਾਜ ਹੁੰਦਾ ਸੀ। ਪਾਗਲ ਵੀ ਅਸਲ 'ਚ ਘੱਟ ਹੁੰਦੇ ਸੀ, ਇਲਾਜ ਵਧੀਆ ਸੀ ਹੁੰਦਾ। ਤੇ ਉਹ ਜਦੋਂ ਪ੍ਰਾਈਮ ਮਿਨਿਸਟਰ ਨਹਿਰੂ ਇੱਥੇ ਆਇਆ, ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਉਹ ਸਾਰਾ ਪੇ ਚੀਫ ਮਿਨਿਸਟਰ ਸੀ, ਮੂਹਰੇ ਕਰਨਾ ਸੀ। ਉਹਨੇ ਕਿਹਾ ਵੀ ਪ੍ਰਾਈਮ ਮਿਨਿਸਟਰ ਸਾਹਿਬ ਵੀ ਮੈਂ ਤੁਹਾਨੂੰ ਵੀ ਅਸੀਂ ਪਾਗਲਾਂ ਦਾ ਹਸਪਤਾਲ ਜਿਹੜਾ ਹੈ ਵੀ ਆ ਦੇਖੋ ਕਿੱਦਾਂ ਵਧੀਆ, ਵੀ ਉਹ ਦਿਖਾਉਣਾ ਵੀ ਮੈਂ ਉਹਨੂੰ ਕੰਮ ਦਿਖਾ ਦਵਾਂ ਕਿੰਨੇ ਵਧੀਆ ਅਸੀਂ ਕੰਮ ਕਰ ਰਹੇ ਹਾਂ। ਇੱਕ ਆਹ ਵੀ ਕੰਮ ਚੰਗਾ ਕੀਤਾ, ਕਹਿੰਦੇ ਦਿਖਾ। ਉਹ ਕੁਦਰਤੀ ਬਾਤ ਵੀ ਇੱਕ ਪਾਗਲ ਠੀਕ ਹੋ ਕੇ ਪਾਗਲਖਾਨੇ ਚੋਂ ਬਾਹਰ ਨਿਕਲ ਰਿਹਾ ਸੀ ਤੇ ਪ੍ਰਾਈਮ ਮਿਨਿਸਟਰ ਸਾਹਿਬ ਅੰਦਰ ਵੜ ਰਹੇ ਸੀ, ਦਰਵਾਜ਼ੇ 'ਚ ਇਕੱਠੇ ਹੋ ਗਏ। ਤਾਂ ਉਹ ਜਿਹੜਾ ਪਾਗਲ ਸੀ ਉਹਨੇ ਹੱਥ ਕੱਢਿਆ ਨਹਿਰੂ ਕੰਨੇ ਨੂੰ ਹੱਥ ਮਿਲਾਉਣ ਵਾਸਤੇ। ਉਹ ਰੋਕਦੇ ਰੋਕਦੇ ਵੀ ਚਲੋ ਉਹਨੇ ਪ੍ਰਾਈਮ ਮਿਨਿਸਟਰ ਨੇ ਹੱਥ ਕਰ ਦਿੱਤਾ। ਅੱਗੇ ਪ੍ਰਾਈਮ ਮਿਨਿਸਟਰ ਨੂੰ ਇਹੋ ਜਿਹੇ ਖਤਰੇ ਥੋੜ੍ਹੀ ਹੁੰਦੇ ਸੀ ਜੇ ਅੱਜ ਕੱਲ੍ਹ। ਉਹਦਾ ਹੱਥ ਫੜ ਕੇ ਛੱਡਿਆ ਹੀ ਨਹੀਂ ਉਹਨੇ। ਉਹਨੂੰ ਕਹਿੰਦਾ ਸੁਣਾ ਕੀ ਹਾਲ ਹੈ? ਉਹ ਕਹਿੰਦਾ ਠੀਕ ਹੈ। ਕਹਿੰਦਾ ਹੌਸਲਾ ਰੱਖੀ, ਛੇਤੀ ਉਹ ਠੀਕ ਹੋ ਜਾਏਗਾ ਤੂੰ ਵੀ। ਮੈਨੂੰ ਕੀ ਹੋਇਆ? ਮੈਨੂੰ ਠੀਕ ਹੋ ਗਿਆ। ਉਹ ਕੋਲ ਖੜਾ ਜਿਹੜੇ ਅਫਸਰ ਉਹ ਕਹਿਣ ਲੱਗਾ ਇਹ ਪ੍ਰਾਈਮ ਮਿਨਿਸਟਰ ਹੈ ਹਿੰਦੁਸਤਾਨ ਦਾ। ਕਹਿੰਦਾ ਤਾਂ ਹੀ ਤਾਂ ਮੈਂ ਕਿਹਾ ਵੀ ਛੇਤੀ ਠੀਕ ਹੋ ਜਾਏ। ਜਦੋਂ ਮੈਂ ਆਇਆ ਸੀ ਇੱਥੇ ਮੈਂ ਵੀ ਪ੍ਰਾਈਮ ਮਿਨਿਸਟਰ ਸੀ, ਪਰ ਹੁਣ ਠੀਕ ਹੋ ਗਿਆ। ਉਹਨੇ ਕਿਹਾ ਵੀ ਮੈਨੂੰ ਤਾਂ 2-3 ਬੰਦੇ ਫੜ ਕੇ ਲਿਆਏ ਸੀ ਵੀ ਇਹਦੇ ਨਾਲ ਇੰਨਾ, ਇਹਦਾ ਮਤਲਬ ਵੱਡਾ ਪਾਗਲ ਆ ਗਿਆ। ਉਹ ਮਤਲਬ ਜਿਹੜਾ ਪਾਗਲ ਹੈ ਉਹ ਦੂਸਰੇ ਨੂੰ ਪਾਗਲ ਸਮਝਦਾ ਹੈ। ਹੁਣ ਅਸੀਂ ਹੈ ਪਾਗਲ, ਇਸ ਕਰਕੇ ਦੂਜੇ ਨੂੰ ਪਾਗਲ ਹੀ ਸਮਝੇ, ਸਾਡੇ ਵਰਗੇ ਹੀ ਆਏ। ਅਗਿਆਨੀ ਹੈ ਨਾ, ਅਗਿਆਨਪਣੇ ਦਾ ਹੀ ਪਾਪ। ਤੋ ਇਸ ਕਰਕੇ ਹੈ ਤਾਂ ਚੱਲਾ ਕਿਹਾ ਗੁਰਮਤੀ ਘਟ ਚਾਨਣ ਹੋਆ। ਜਦੋਂ ਗੁਰੂ ਦੀ ਮੱਤ ਦੁਆਰਾ ਅੰਦਰ ਚਾਨਣ ਹੁੰਦਾ ਹੈ ਨਾ, ਪ੍ਰਕਾਸ਼ ਹੁੰਦਾ ਹੈ। ਕਿਉਂਕਿ ਬਿਨ ਸ਼ਬਦ ਦੇ ਅੰਦਰ ਤਾਂ ਹਨੇਰਾ ਪਿਆ ਹੈ। ਸ਼ਬਦ ਦਾ ਦੀਵਾ ਜਗੇਗਾ। ਸ਼ਬਦ ਦੀਪ ਕਿਤੇ ਹੋ ਲੋਏ, ਤਿੰਨਾਂ ਲੋਕਾਂ ਚਾਨਣਾ ਹੋਏਗਾ, ਤਿੰਨਾਂ ਲੋਕਾਂ ਦੀ ਗਿਆਤ ਹੋ ਜਾਏਗੀ। ਤੋ ਇਸ ਕਰਕੇ ਗੁਰਮਤਿ ਘਟ ਚਾਨਣ ਹੋਇਆ। ਗਿਆਨ ਦਾ ਜਦੋਂ ਦੀਵਾ ਜਗ ਪਿਆ ਤਾਂ ਉਸੇ ਵੇਲੇ ਅੰਧੇਰੇ ਦੇ ਵਿੱਚ ਕੁਛ ਵੀ ਨਹੀਂ ਦਿਖਦਾ, ਚਾਨਣੇ ਸਭ ਕੁਝ ਦਿਖਦਾ। ਅਗਿਆਨ ਕਰਕੇ ਕੁਛ ਨਹੀਂ ਸੀ ਦਿਖਦਾ, ਰੱਬ ਕਿਤੇ ਦਿਖਦਾ ਹੀ ਨਹੀਂ। ਜਦੋਂ ਚਾਨਣਾ ਹੋ ਗਿਆ ਕਹਿੰਦਾ ਹੈ ਹੀ ਸਾਰੀ ਜਗ੍ਹਾ ਮਹਾਦੇਵ। ਅਦੂਆ ਸ਼ਿਵ ਜੀ ਦੀ ਨਾ ਗੱਲ ਨਹੀਂ ਕਰਦਾ ਮੈਂ, ਗੁਰੂ ਅਰਜਨ ਦੇਵ ਜੀ ਦੇ ਸਖੇ ਭਰਾ, ਗੁਰੂ ਅਰਜਨ ਦੇਵ ਤੋਂ ਵੱਡੇ, ਪ੍ਰਿਥੀ ਚੰਦ ਤੋਂ ਛੋਟੇ। ਉਹਨੂੰ ਜਦੋਂ ਸੋਝੀ ਆਈ ਵੀ ਉਹ ਮੈਂ ਹੁਣ ਤੱਕ ਆਪਣੇ ਭਰਾ ਨੂੰ ਭਰਾ ਹੀ ਸਮਝਦਾ, ਘਾਟੇ 'ਚ ਰਿਹਾ, ਹਜ਼ਾਰਾਂ ਕੋਹਾਂ ਵਾਲੇ ਵਾਧੇ 'ਚ ਰਹੇ। ਪ੍ਰਿਥੀ ਚੰਦ ਨੇ ਮੈਨੂੰ, ਇਹ ਬੰਦਾ ਸਿੱਧੇ ਦਿਮਾਗ ਦਾ ਬੰਦਾ ਸੀ ਜੀ, ਬਿਲਕੁਲ ਇਹ ਸਿੱਧਾ ਸਾਧੂ ਬੰਦਾ ਸੀ। ਇਹਨੂੰ ਅਕਲ ਆ ਗਈ, ਇਹ ਆ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ। ਕੁਦਰਤੀ ਮਹਾਰਾਜ ਸਾਹਿਬ ਜੀ ਗੋਇੰਦਵਾਲ ਸਾਹਿਬ ਗਏ ਹੋਏ ਸੀ, ਉੱਥੇ ਪਹੁੰਚਿਆ। ਜਾ ਕੇ ਕਹਿਣ ਲੱਗਿਆ, ਨਮਸਕਾਰ ਕਰਨ ਲੱਗਿਆ ਤਾਂ ਮਹਾਰਾਜ ਨੇ ਹੱਥ ਫੜ ਰਹੇ, ਕਹਿੰਦੇ ਭਰਾਤਾ ਕੀ ਕਰਨ ਲੱਗਿਆ? ਮੈਂ ਛੋਟਾ, ਵੱਡਾ ਭਰਾ ਪਿਓ ਵਰਗਾ ਹੁੰਦਾ, ਇਹ ਮਰਿਆਦਾ ਨਾ ਭੰਗ ਕਰ। ਮਹਾਰਾਜ ਉਹਦੇ ਪੈਰੀ ਹੱਥ ਲਾਉਣਗੇ, ਉਹ ਪਿੱਛੇ ਹਟ ਗਏ। ਇਹ ਭਰਾਤਾ ਜੀ ਇਹ ਤਾਂ ਮੇਰਾ ਹੱਕ ਹੈ, ਮੈਂ ਛੋਟਾ ਭਰਾ ਹਾਂ ਤੁਹਾਡਾ। ਰੋ ਪਿਆ। ਇਹ ਕੀ ਗੱਲ? ਕਹਿੰਦੇ ਭਰਾ ਆਪਣੇ ਦੇ ਹੰਕਾਰ ਨਹੀਂ ਤੇ ਮੈਨੂੰ ਇੰਨਾ ਦੂਰ ਰੱਖਿਆ ਤੁਹਾਡੇ ਕੋਲ, ਉਹ ਵੀ ਵੱਡਾ ਭਰਾ ਬਣ ਕੇ। ਮੈਂ ਅੱਜ ਭਰਾ ਬਣ ਕੇ ਨਾ ਵਾਸਤਾ ਰੱਬ ਦਾ, ਮੈਨੂੰ ਚਰਨ ਛੋਹ ਲੈਣਾ। ਕਿਉਂ? ਕਹਿੰਦਾ ਮੈਨੂੰ ਪਤਾ ਲੱਗਿਆ ਤੂੰ ਰੱਬ ਨੂੰ ਮਿਲਾ ਦੇਣਾ। ਭਰਾ ਹੋਣ ਦੇ ਨਾਤੇ ਤਾਂ ਮਿਲਾਏਗਾ ਨਹੀਂ, ਮੈਂ ਵਾਂਝਾ ਰਹਿ ਜਾਊਂਗਾ। ਮੈਨੂੰ ਇਹਨਾਂ ਸਿੱਖਾਂ ਵਰਗਾ ਸਿੱਖ ਬਣ ਕੇ
मैनू अपने चरनी ला लै सच्चे पातशाह कृपा कर मैनू अज दिसदा तू गुरु नानक दा रूप दिसदा है। महाराज ने देखा भी भांडा हुण इस वेले बिल्कुल साफ सुथरा है, हुण इहदे विच वस्तु ना पाईए तां भी ये बेइंसाफी की चाहुंदा है कि मैनू परमात्मा मिला। हर दर्शन देहो दिखाई, ये जिहड़ा शब्द है एक पिता एक सके हम बारक, इहदे अर्थ करने बड़े औखे है। इहदे च तीन पक्ष, ये जिहड़े तिन्ने पक्षां दी व्याख्या नूं इकट्ठी करके फिर किते गुलदस्ता बन जाए। मैं उहदे च प्रमाण ही दे रहा, इस करके मैं किहड़ा शब्द दे अर्थ करना। हर दर्शन देहो दिखाई, मैनू परमात्मा दे दर्शन दिखा। सुन मीता धूरी को बल जाए, मैं तेरी चरण धूड़ी तो बलिहार जावां, मैनू दर्शन दे। महाराज ने कहा देख आपां इक्को ही पिता अपना गुरु रामदास, इक्को ही माता माता भानी है भी आपां दा भरा, एक पिता एक सके हम बारक। वो कहंदे भी ठीक है, माता पिता दे जिस्म अपने एक ने, पर नहीं मैं तो भरा मन के नहीं आया। कहंदे चलो फिर दूसरा पक्ष लै लैने, तू भी गुरु रामदास जी दा सिख है ते मैं भी गुरु रामदास दा सिख है, फिर तू मेरा गुरहाई तू मेरा गुरभाई है। आ एक पटियाले दे कोल पिंड है, उत्थे इहदे एक होर ही अर्थ करदा सुनिया मैं ज्ञानी। वो कहंदा जी गुरबाणी च इंग्लिश भी लिखी हुई है। मैं हैरान रह गया भी आह किहड़ी गल करती है। हो गया भी किहड़ी, कहंदा देखो जी हाई माने बड़ा, तू मेरा गुरु है, तू मेरा बड़ा गुरु है, वो तेरा भला हो जाए। उत्थे किहड़ा अंग्रेज आ गया, असीं पंजाबी बोलदे बोलदे महाराज अंग्रेजी बोलण लग गए। गुरहाई गुरभाई, गुरभाई दा अर्थ जां गुर हई है तू मेरा गुरु, ये दो अर्थ ने। इसलिए ते महाराज साहब जी ने फिर जिस वेले कृपा की फिर पूछया, कहंदे भरा हुण दस। कहंदा अकुल निरंजन डीठा, ਉਹੀ महादेव कहंदा जिहड़ा कहंदा सी मैं कदे देखिया ही नहीं, कहंदा हुण तां सारी जगह दिसदा है। प्रकाश हो गया, चानना कर दिता गुरु ने। इस करके गुरमती घट चानन होया, यही है जी घट हिरदे विच चानना, इउं ज्ञान दा गुरु साहब जी कर देंदे न। प्रभ राव रहा सब थाई राम, ਉਹ ਰਮਿਆ ਹੋਇਆ राम सारी जगह दृष्टि आ जाता है। जत्र जत्र मनो जाती तत्र तत्र ब्रह्म दृष्टि, सब है ब्रह्म, ब्रह्म है पसरिया, ये फिर निश्चा हो जाता, दिस जाता। प्रभ राव रहा सब थाई मन वसाई, ਉਹ ਜਿਹੜਾ ਸਾਰੀ जगह रब रहा है वो फिर मन दे विच बस गया परमेश्वर वाहिगुरु। पूर्व लिखिया पाया, ਇਹ पूर्व पहले जन्मां दे विच किते कोई निष्काम सेवा कीती सी। निष्काम सेवा दा प्रेरिया होया ईश्वर, उन्हें मत्थे ते लेख लिख दिता भी हाँ अगले जन्म च प्राप्ति हो जाएगी। इनू कहते इस करके ये पूर्व लिखत द्वारा पालिया है। सेज सुखाली मेरे प्रभ पाणी, ते सेजा शब्द सैकड़े बारी गुरबाणी च आउंदा है। सेजा का अर्थ की है, सौण समग्री नूं सेजा कहंदे हैं, जिहदे मंजा होवे, बिस्तरा होवे, सराहना है, तलाई रजाई, जानी सारी समग्री नूं सेजा कह दो, कली कली चीज। इधर अंतशकरण जिहड़ी ये सेजा है, ये मन भी है, बुद्ध भी है, चित्त भी है, अहंकार भी है इत्यादि। ते ये सेज सुखाली अंतशकरण दी सेजा सुखाली जां शरधा रूपी शरधा सेध विछाई, ये फिर सुखाली सुख देण वाली हो गई, मेरे प्रभु नूं भा गई है। ये सेजा पाउंदी है निरंकार वाहिगुरु नूं। सच सिंगार बनाया, सच्चा सत संतोख आदि गुणां दा सिंगार बना लिया है। काम निर्मल होमे मल खोई, ओ जगैसु रूप कामन इस्त्री, मैल तो रहत राग द्वैस की मैल तो रहत हो गई, क्योंकि होमे दी मैल सी ये खोए दती निवृत्त कर देती है, मैल नहीं रही। नाम जप जप के भरिए मत पापां कै संग, ओ धोपै नावै के रंग। ये धो लिया इस जो साबन कापर उदिल होत, नाम जप परम सारा एक होया जाता है। इस प्रकार कह रहे हैं, गुरमत सच समाई, गुरु की सिक्ख्या वाले सच वाहिगुरु दे विच समा जाते हैं जी। नानक आप मिलाई करते नाम नवे, नानक आप मिलाई करते, ते ओ करते करन वाले परमेश्वर,
ਕਰਤਾ ਹੁੰਦਾ ਕਰਨ ਵਾਲਾ, ਰਚਣ ਵਾਲਾ, ਸੰਸਾਰ ਨੂੰ ਰਚਣ ਵਾਲਾ। ਤੇ ਇਸ ਕਰਕੇ ਨਾਨਕ ਆਪ ਮਿਲਾਈ ਕਰਤੇ, ਕਰਤੇ ਵਾਹਿਗੁਰੂ ਨੇ ਆਪ ਉਹ ਆਪਣੇ ਨਾਲ ਮਿਲਾ ਲਈ। ਤੇ ਉਹਦੇ ਵਿੱਚ ਗਿਆਨੀ ਜੀ ਤੁਸੀਂ ਇੰਨਾ ਨਾ ਜਕਿਆ ਕਰੋ ਮੇਰੇ ਕੋਲੋਂ। ਕਈ ਵਾਰੀ ਨਾ ਜਕਦਿਆਂ ਗਲਤੀ ਜ਼ਿਆਦਾ ਹੁੰਦੀ ਹੈ। ਉਹ ਪਾਠ ਵਧੀਆ ਕਰਦੇ ਹੋ ਤੁਸੀਂ, ਮੇਰੇ ਕੋਲੋਂ ਕਈ ਵਾਰੀ ਸਾਨੂੰ ਐ ਹੋ ਜਾਂਦਾ ਮੈਂ ਇੱਕ ਨਹੀਂ ਠੋਕਣ ਵਾਲਾ। ਤੁਸੀਂ ਨਾ ਐਂ ਸਮਝ ਕੇ ਪਾਠ ਕਰਿਆ ਕਰੋ ਵੀ ਹਰੀ ਨੂੰ ਤਾਂ ਕੁਝ ਨਹੀਂ ਆਉਂਦਾ, ਪਾਠ ਤਾਂ ਮੈਂ ਹੀ ਬੋਲਣਾ। ਇਹ ਅਰਥ ਕਿੱਥੋਂ ਕਰ ਲੂਗਾ ਜਿੰਨਾ ਚਿਰ ਮੈਂ ਨਹੀਂ ਬੋਲਦਾ। ਤੁਸੀਂ ਆਪਣੇ ਤੇ ਐਂ ਵਿਸ਼ਵਾਸ ਰੱਖ ਕੇ ਬੋਲਿਆ। ਉਹ ਕਈ ਵਾਰੀ ਗਲਤੀ ਤਾਂ ਹੁੰਦੀ ਨਹੀਂ ਤੁਹਾਡੇ 'ਚ, ਉਹ ਮੇਰੇ ਤੋਂ ਜਗਦੇ ਗਲਤੀ ਕਰ ਲੈਂਦੇ ਹੋ। ਤੇ ਇਸ ਕਰਕੇ ਹੈ ਵਿਸਰਾਮ ਇਹਦਾ ਇਸ ਤਰ੍ਹਾਂ ਲਾਉਣਾ ਜਿਵੇਂ ਹੁਣ ਆਪ ਜੀ ਨੇ ਦੱਸਿਆ। ਨਾਨਕ ਆਪ ਮਿਲਾਈ ਕਰਤੇ, ਕਰਤੇ ਪੁਰਖ ਵਾਹਿਗੁਰੂ ਨੇ ਆਪਣੇ ਵਿੱਚ ਉਹ ਜੀਵ ਰੂਪੀ ਇਸਤਰੀ ਮਿਲਾ ਲਈ ਹੈ। ਨਾਮ ਨਵੇਂ ਨਿਧ ਪਾਈ, ਉਹ ਨਾਮ ਪ੍ਰਾਪਤ ਕਰ ਲਿਆ ਜਿਹੜਾ 9 ਨਿਧੀਆਂ ਦੇ ਦੇਣ ਵਾਲਾ। 9 ਨਿਧੀਆਂ ਕਿਹੜੀਆਂ ਨੇ? ਉਹਦੇ ਵਿੱਚ ਅਸਨ ਬਸਨ ਪੂ ਕਨਕ ਪੁਨ, ਦਾਸੀ ਚੌਂਪ ਗੁਲਾਮ, ਰਤਵਾਹੇ ਹੰਡਵਾਹੇ ਜਾਣੀਏ ਇਹ ਨਵ ਨਿਧ ਕੇ ਨਾਮ। ਇਹਨਾਂ ਦੇ ਅਰਥ ਨੇ ਅੱਗੇ ਕਲੀ ਕਲੀ ਦਾ ਵਿਆਖਿਆ ਦੇ ਵਿੱਚ ਇਹ ਖੁੱਲ੍ਹਦੇ ਹੁੰਦੇ ਆ। ਜਾਂ ਫਿਰ ਪਦਮਾ, ਮਹਾਪਦਮ, ਮਕਰ, ਕਸ਼ਪ, ਮਕੰਦ, ਕੁੰਦ, ਨੀਲ, ਸੰਖ, ਖਰਵ। ਇਹ ਸੰਸਕ੍ਰਿਤ ਦੇ ਗ੍ਰੰਥ ਹੈ 9 ਨਿਧੀਆਂ। ਤੇ ਜਿਹੜਾ ਪਰਮੇਸ਼ਰ ਹੈ ਇਹ 9 ਨਿਧੀਆਂ ਦੇ ਪ੍ਰਦਾਨ ਕਰਨ ਵਾਲਾ, ਜਿਹੜੇ 9 ਪ੍ਰਕਾਰ ਦੀ ਧਨ ਰਾਸ਼ੀ ਹੈ, 9 ਪ੍ਰਕਾਰ ਦੇ ਖਜ਼ਾਨੇ ਹੈ। ਦੂਸਰਾ ਨੌਦਾ ਭਗਤੀ ਦੇਣ ਵਾਲਾ ਪਰਮੇਸ਼ਰ ਦਾ ਨਾਮ ਹੀ ਹੈ। ਉਹਦੇ ਸਰਵਣ ਕੀਰਤਨ ਸਿਮਰਨ ਪਾਠ ਸੇਵ ਅਰਚਾਨ ਦਾਸਾ ਲਗਭਗ 15 ਸਰਵ ਨਿਵੇਦਨ ਜਾਣ। ਤੇ ਇਹਦੇ 'ਚ ਭਗਤੀ ਜਿਹੜੀ ਹੈ 9 ਪ੍ਰਕਾਰ ਦੀ ਹੈ। ਤੋ ਇਸ ਪ੍ਰਕਾਰ ਆ ਕਥਾ ਹੈ ਕਿ ਭਗਤੀ ਹੈ, ਕੀਰਤਨ ਹੈ, ਭਗਤੀ ਹੈ। ਸੋ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਕਿਰਪਾ ਹੋ ਗਿਆ ਜੀ ਸ਼ਬਦ। ਤੇ ਸ਼ਬਦ ਦੀ ਇੱਥੇ ਸਮਾਪਤੀ ਹੈ। ਇਹ 2 ਮਿੰਟ ਜਿਹੜੇ ਰਹਿੰਦੇ ਆ ਮੈਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਵੀ ਸਿੱਖ ਜਗਤ ਦੇ ਬੜੇ ਪ੍ਰਸਿੱਧ ਕੀਰਤਨੀ ਹੈ ਤਾਂ ਸੰਤ ਸੀ। ਤੁਸੀਂ ਭਾਈ ਸੰਤ ਸ਼ਬਦ ਖੋਲਿਆ ਇਹਨਾਂ ਦੇ ਕੋਲੋਂ, ਸਾਡੇ ਕੋਲੋਂ ਪਤਾ ਨਹੀਂ ਇਹਨਾਂ ਨੂੰ ਪਸੰਦ ਨਹੀਂ ਰਿਹਾ। ਇਹ ਤਾਂ ਮੈਨੂੰ ਪਤਾ ਸੰਤ ਨਿਰੰਜਨ ਸਿੰਘ ਜੀ, ਮੈਂ ਤਾਂ ਉਹੀ ਨਾਮ ਲਊਂਗਾ ਸੰਤ ਜੀ ਤੁਹਾਡਾ। ਤੁਸੀਂ ਭਾਵੇਂ ਪੱਗ ਨੋਕਤਾਰ ਬੰਨ ਲਈ ਤੇ ਫਿਰ ਵੀ ਤੁਸੀਂ ਸੰਤ ਹੋ। ਸੰਤ ਕਿਸ ਨੂੰ ਕਹਿੰਦੇ? ਸਾਧ ਨਾਮ ਨਿਰਮਲਤਾ ਕੇ ਕਾਰਨ, ਕੱਪੜੇ ਜੈਸੇ ਮਰਜ਼ੀ ਬਦਲੋ, ਕਰਨੀ ਦੇ ਸੰਤ ਜਿਹੜੇ ਹੁੰਦੇ ਆ। ਤੋ ਗ੍ਰਸਤੀ ਵੀ ਨੇ ਔਰ ਰਾਗ ਦੀ ਕਦੇ ਰਾਗ ਵਿਦਿਆ ਦੀ ਧਾਂਕ ਜਵੱਦੀ ਦੇ ਵਿੱਚ ਜੇ ਪਈ ਸੀ, ਜਦੋਂ ਇਹ ਉੱਥੇ ਪ੍ਰੋਫੈਸਰ ਸੀ ਸਿਖਾਉਂਦੇ ਸੀ ਨਾ, ਉਦੋਂ ਜਵੱਦੀ ਕਲਾ ਜਿਹੜੀ ਹੈ ਸੰਤ ਸੁੱਚਾ ਸਿੰਘ ਦੇ ਕੋਲ। ਸੰਤ ਸੁੱਚਾ ਸਿੰਘ ਜਦੋਂ ਸਾਡੇ ਗੁਆਂਢ ਦੇ ਵਿੱਚ ਉੱਥੇ ਇੱਕ ਗ੍ਰੰਥੀ ਦੀ ਡਿਊਟੀ ਕਰਦੇ ਸੀ, ਨਿਸ਼ਕਾਮ ਗ੍ਰੰਥੀ ਦੀ ਡਿਊਟੀ, ਪੈਸੇ ਲੈ ਕੇ ਨਹੀਂ, ਹੰਸਾਲੀ ਵਾਲੇ ਸੰਤਾਂ ਕੋਲ। ਮੈਂ ਉਸ ਵੇਲੇ ਦਾ ਲਿਹਾਜ਼ ਸੀ ਮੇਰੀ ਉਹਨਾਂ ਦੇ ਨਾਲ। ਇਹ ਉਹਨਾਂ ਦੇ ਕੋਲ ਰਹੇ, ਉਹ ਪੁਰਾਣੀ ਲਿਹਾਜ਼ ਸਮਝ ਕੇ ਬੜਾ ਆਦਰ ਕਰਦੇ ਸੀ, ਇਹ ਵੀ ਕਰਦੇ ਸੀ। ਤੇ ਉਹ ਵਾਤਾਵਰਨ ਦੇਖ ਕੇ ਲੱਗਦਾ ਵੀ ਸੁਪਨਾ ਬਣ ਗਿਆ। ਐਡੀ ਬੜੀ ਰਾਗ ਦੇ ਬੇਤੇ ਪਤਾ ਨਹੀਂ ਕਿੰਨੇ ਕਿੰਨੇ ਰਾਗੀ ਬਣਾਏ ਨੇ, ਉਹ ਰਾਗ ਦੇ ਬੇਤੇ ਤੁਹਾਡੇ ਕੋਲ ਆਏ ਆ। ਇਹ ਕੀਰਤਨ ਦਾ ਆਨੰਦ ਮੰਨਣਾ। ਗੁਰੂ ਕਿਰਪਾ ਕਰੇ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਜੋ ਕੰਮ ਤੇਰੇ। ਜਿੱਦਣ ਮੇਰੇ ਬੇਟੇ ਦੇ ਆਨੰਦ ਕਾਰਜਾਂ ਦੀ ਗੱਲ ਮੈਂ ਇਹਨਾਂ ਨੂੰ ਪਸੰਦ ਕੀਤਾ, ਮੈਂ ਕਿਹਾ ਜੀ ਤੁਸੀਂ ਆਓ ਕੀਰਤਨ ਤੁਸੀਂ ਕਰੋਗੇ। ਰਾਗੀ ਸਿੰਘ ਸਾਰੇ ਸਤਿਕਾਰਯੋਗ ਨੇ ਤੇ ਗੁਰੂ ਕਿਰਪਾ ਕਰੇ ਇਹਨਾਂ ਦੇ ਦਰਸ਼ਨ ਹੋਏ ਤੁਹਾਡੇ ਮਦਦ ਰਾਹੀਂ। ਹੁਣ ਇੱਥੇ ਮੈਂ ਸਮਾਪਤੀ ਕਰਦਾ। ਤੇ ਇਹਨਾਂ ਨੂੰ ਬੇਨਤੀ ਹੈ ਵੀ ਨਾਲ ਦਿਆਂ ਨੂੰ ਭਾਈ ਤੁਸੀਂ ਸਾਜ਼ ਖੋਲ੍ਹੋ, ਇਹਦੀ ਤਿਆਰੀ ਕਰੋ ਤੇ ਬਸ ਸਮਾਪਤੀ ਹੈ। ਇੱਧਰ ਰਾਗੀ ਸਿੰਘ ਦੇ ਲਈ ਸਵਾਗਤ ਕਰਨ ਵਾਸਤੇ ਭਾਈ ਸਾਹਿਬ ਬੋਲਣਗੇ। ਮੈਂ ਬੇਨਤੀ ਕਰਾਂ ਵੀ ਕਥਾ ਦੀ ਜਿਹੜੀ ਸੰਪਰਦਾ ਨਿਯਮ ਹੈ ਮੈਨੂੰ ਉਹ ਪੂਰਾ ਕਰ ਲੈਣ ਤੇ ਉਹ ਮੰਗਲ ਕਰਕੇ ਹੀ ਸ਼ੁਰੂ ਕਰੀ ਦੀ, ਮੰਗਲ ਕਰਕੇ ਸਮਾਪਤੀ ਕਰੀ ਦੀ। ਇਸ ਕਰਕੇ ਪਿਛਲੀ ਤੋਂ ਬੋਲਦੇ। ਕਾਮਣ ਨਿਰਮਲ ਹੋਮੈ ਮਲ ਖੋਈ, ਗੁਰਮਤਿ ਸੱਚ ਸਮਾਈ। ਨਾਨਕ ਆਪ ਮਿਲਾਈ ਕਰਤੈ, ਨਾਮ ਨਵੇਂ ਨਿਧ ਪਾਈ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹੇ ਮੈਂ ਤਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ,
ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵ ਦੇ ਪਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ। ਭਾਈ ਨਿਰੰਜਨ ਸਿੰਘ ਜੀ ਨੂੰ ਬੇਨਤੀ ਹੈ ਵੀ ਮੇਰੀ ਇਹ ਮਜਬੂਰੀ ਜਾਣਾ, ਪਰ ਫਿਰ ਵੀ ਮੈਂ ਭਾਈ ਨਿਰਭੈ ਸਿੰਘ ਨੂੰ ਬੇਨਤੀ ਕਰਦਾ ਵੀ ਮੈਨੂੰ ਇੱਕ ਸ਼ਬਦ ਸੁਣ ਲੈਣ ਦਿਓ, ਅੱਜ ਕਾਹਲੀ ਨਾ ਕਰੀ। ਤੇ ਮੈਨੂੰ ਉਹਦੇ ਨਾਲ ਜਾਣਾ ਪੈਂਦਾ ਨੇ, ਜਾ ਕੇ ਮਹਾਰਾਜ ਦਾ ਸੁਭਾਸ਼ਣ ਕਰਨਾ ਹੈ, ਰਹਿ ਰਾਸ ਜਾ ਕੇ ਕਰਨੀ ਹੈ, ਤੇ ਬੱਚੇ ਇਕੱਠੇ ਹੁੰਦੇ ਨੇ, ਇਸ ਕਰਕੇ ਇਹਦੀ ਵੀ ਮਜਬੂਰੀ ਨਹੀਂ ਤੇ ਇਹ ਵੀ ਕੀਰਤਨ ਸੁਣੇ, ਪਰ ਇੱਕ ਸ਼ਬਦ ਸੁਣ ਕੇ ਜਾਵਾਂਗੇ, ਉਦੋਂ ਪਹਿਲਾਂ ਨਹੀਂ ਉੱਠਣਾ। ਵਾਹਿਗੁਰੂ ਜੀ ਕਾ ਖਾਲਸਾ।